किसी का भी एहसास न रहे। हमेशा असी खुश रहिए ते खुश रखिए। ਨਗਾਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਹਫਤਾ ਜਿਹੜਾ ਹੈਗਾ ਵਾ ਬਲੂ ਸਟਾਰ ਨੂੰ ਸਮਰਪਿਤ ਆ। 1 ਤੋਂ ਲੈ ਕੇ 6 ਜੂਨ ਤੱਕ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਸੀ, ਪਰ ਉਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਇੰਪੋਰਟੈਂਟ ਘਟਨਾਵਾਂ ਹੋਈਆਂ ਸੀ ਔਰ ਇਹ ਸਿਲਸਿਲਾ ਜਿਹੜਾ ਵਾ ਤਸ਼ੱਦਦ ਦਾ ਚੱਲਦਾ ਜਾ ਰਿਹਾ। ਔਰ ਕਈ ਜਿਹੜੇ ਸਿੰਘ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਖਤਮ ਹੋ ਗਈਆਂ ਨੇ ਪਰ ਉਹ ਰਿਹਾ ਨਹੀਂ ਕੀਤੇ ਗਏ, ਤੇ ਕਈ ਰਿਹਾ ਕਰ ਦਿੱਤੇ ਗਏ ਪਰ ਉਹ ਹੋਰ ਤਰ੍ਹਾਂ ਦੇ ਕਈ ਝੂਠੇ ਕੇਸਾਂ 'ਚ ਫਸਾਏ ਗਏ, ਜਿਨ੍ਹਾਂ ਨੇ ਸਾਰਾ ਕੁਝ ਆਪਣੇ ਪਿੰਡੇ ਤੇ ਹੰਢਾਇਆ ਵਾ। ਅਸੀਂ ਚਾਹੁੰਦੇ ਹਾਂ ਕਿ ਨਗਾਰਾ ਟੀਵੀ ਦੇ ਉੱਤੇ ਬਿਲਕੁਲ ਸੱਚ ਵਿਖਾਇਆ ਜਾਵੇ, ਉਹਨਾਂ ਦੀ ਜ਼ੁਬਾਨੀ। ਉਸੇ ਕੜੀ ਦੇ ਵਿੱਚ ਅੱਜ ਸਾਡੇ ਨਾਲ ਜੁੜੇ ਨੇ ਸਰਦਾਰ ਨਰੈਣ ਸਿੰਘ ਜੀ ਚੌੜਾ। ਚੌੜਾ ਸਾਹਿਬ, ਇਹਨਾਂ ਦਾ ਪਿੰਡ ਚੌੜਾ ਵਾ, ਡੇਰਾ ਬਾਬਾ ਨਾਨਕ ਲਾਗੇ ਬਾਰਡਰ ਦੇ ਉੱਤੇ। ਤੇ ਨਾਲ ਮੇਰੇ ਜਸਵੀਰ ਸਿੰਘ ਜੌਲ ਨੇ ਅੰਮ੍ਰਿਤਸਰ ਤੋਂ, ਜਿਹੜੇ ਕਿ ਅੰਮ੍ਰਿਤਸਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਔਰ ਜਿਹੜਾ ਵੀ ਇਹ ਕਾਲਾ ਦੌਰ ਸੀ ਉਹਦੇ ਚਸ਼ਮਦੀਦ ਨੇ। ਇਹਨਾਂ ਨੇ ਵੀ ਬੜਾ ਕੁਝ ਦੇਖਿਆ ਵਾ ਆਲੇ ਦੁਆਲੇ ਹੁੰਦਾ। ਤੇ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤੁਹਾਡੇ ਧੰਨਵਾਦੀ ਹਾਂ, ਤੁਸੀਂ ਇੰਨਾ ਸਮਾਂ ਕੱਢ ਕੇ ਸਪੈਸ਼ਲ ਤੁਸੀਂ ਅੰਮ੍ਰਿਤਸਰ ਪਹੁੰਚੇ ਹੋ ਸਾਡੇ ਨਾਲ ਗੱਲਬਾਤ ਕਰਨ ਲਈ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਭ ਤੋਂ ਪਹਿਲਾਂ ਤੁਹਾਡੀ ਇੰਟਰੋਡਕਸ਼ਨ ਮੈਂ ਕੀ ਦੇਣੀ, ਤੁਸੀਂ ਆਪਣਾ ਥੋੜਾ ਜਿਹਾ ਆਪਣੇ ਪਿਛੋਕੜ ਬਾਰੇ ਤੇ ਆਪਣੇ ਬਾਰੇ ਦੱਸੋ ਕਿ ਕੀ ਕੁਝ ਤੁਹਾਡਾ ਵਾਪਰਿਆ ਸੰਖੇਪ ਦੇ ਵਿੱਚ। ਵੇਖੋ ਜੀ, ਬੜਾ ਵਧੀਆ 1984 ਤੱਕ ਚੱਲ ਰਿਹਾ ਸੀ ਜੀਵਨ। ਮੈਂ 84 ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਐਜ਼ ਏ ਪ੍ਰਚਾਰਕ ਜੀ ਡਿਊਟੀ ਕਰ ਰਿਹਾ ਸਾਂ ਜੀ। ਤੇ ਜਦੋਂ ਜੂਨ 84 ਦਾ ਘੱਲੂਘਾਰਾ ਵਾਪਰਿਆ ਜੀ ਤੇ ਫੌਜ ਨੇ ਮੇਰੇ ਘਰ ਛਾਪੇਮਾਰੀ ਕਰਨੀ ਸ਼ੁਰੂ ਕਰਤੀ ਅਰੈਸਟ ਕਰਨ ਵਾਸਤੇ, ਤੇ ਮੈਂ ਸਾਈਡ ਤੇ ਹੋ ਗਿਆ। ਫਿਰ 1986 ਦੇ ਵਿੱਚ ਮੈਨੂੰ ਅਰੈਸਟ ਕੀਤਾ ਗਿਆ, ਪਰ ਕਿਉਂਕਿ ਮੇਰੇ ਉੱਤੇ ਕੋਈ ਵੀ ਕੇਸ ਨਹੀਂ ਸੀ ਤੇ ਮੈਨੂੰ ਇੱਕ ਦਿਨ ਜੇਲ੍ਹ 'ਚ ਰੱਖ ਕੇ ਤੇ ਅਗਲੇ ਦਿਨ ਹੀ ਮੇਰੀ ਜ਼ਮਾਨਤ ਹੋ ਗਈ, ਮੈਂ ਬਾਹਰ ਆ ਗਿਆ। ਉਸ ਤੋਂ ਬਾਅਦ ਫਿਰ ਚੱਲ ਪੁਲਿਸ ਨੇ ਫਿਰ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਘਰ ਦੇ ਵਿੱਚ। ਅਰੈਸਟ ਕਰਨ ਵਾਸਤੇ ਮੈਨੂੰ ਪਰਿਵਾਰ ਦੇ ਮੈਂਬਰਾਂ ਨੂੰ ਵੀ ਕਈ ਵਾਰ ਚੁੱਕਿਆ, ਕਈ ਵਾਰ ਤੰਗ ਕੀਤਾ। ਤੇ ਅਖੀਰ 1999 ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਬਹੁਤ ਵੱਡਾ ਸਾਡੇ ਪਿੰਡ ਦੇ ਉੱਤੇ ਪੁਲਿਸ ਨੇ ਰੇਡ ਕੀਤਾ। ਉਦੋਂ ਗੋਬਿੰਦ ਰਾਮ SSP ਸੀ ਬਟਾਲਾ। ਸਾਰੇ ਪਿੰਡ ਨੂੰ ਘੇਰਾ ਪਾ ਲਿਆ। ਹਰ ਘਰ ਦੇ ਵਿੱਚ ਜਿਹੜੇ ਘਰ ਦੇ ਜੀਅ ਸੀ ਉਹਨਾਂ ਨੂੰ ਡੱਕ ਲਿਆ ਤੇ ਅਖੀਰ ਦੇ ਉੱਤੇ ਸਾਰੇ ਜਿੰਨੇ ਵੀ 14 ਸਾਲ ਤੋਂ ਲੈ ਕੇ ਬਜ਼ੁਰਗ ਤੱਕ ਜਿੰਨੇ ਵੀ ਪਿੰਡ ਦੇ ਆਦਮੀ ਸੀ ਉਹਨਾਂ ਸਾਰਿਆਂ ਨੂੰ ਇੱਕ ਘਰ ਵਿੱਚ ਇਕੱਠਿਆਂ ਕਰ ਲਿਆ ਗਿਆ, ਗੁਰਬਚਨ ਸਿੰਘ ਦੀ ਹਵੇਲੀ ਦੇ ਵਿੱਚ। ਤੇ ਉੱਥੇ ਸਾਰਿਆਂ ਨੂੰ ਬਹੁਤ ਤੀਜੇ ਦਰਜੇ ਦੇ ਤਸ਼ੱਦਦ ਦੇ ਨਾਲ ਟਾਰਚਰ ਕੀਤਾ ਗਿਆ। ਤੇ ਪੁੱਛਦੇ ਕੀ ਸੀ ਕਿ ਉਹ ਕਿੱਥੇ ਆ, ਮੇਰੇ ਬਾਰੇ ਪੁੱਛਦੇ ਸੀ ਵੀ ਉਹ ਕਿੱਥੇ ਆ। ਉਹ ਲਗਾਤਾਰ 3 ਦਿਨ ਸਾਡੇ ਪਿੰਡ ਦੇ ਉੱਤੇ ਪੁਲਿਸ ਰੇਡ ਕਰਦੀ ਰਹੀ ਤੇ ਸਾਰਾ ਪਿੰਡ ਸਾਡਾ ਖਾਲੀ ਹੋ ਗਿਆ। ਇੱਥੋਂ ਤੱਕ ਕਿ ਜਦੋਂ ਪਹਿਲੇ ਦਿਨ ਰੇਡ ਕੀਤਾ ਤੇ ਉਦੋਂ ਮੇਰੇ ਬੱਚੇ ਜਿਹੜੇ ਸੀ ਛੋਟੇ ਸੀ 5-5 4-4 ਸਾਲ ਦੀ ਉਮਰ ਦੇ, ਉਹਨਾਂ ਦੇ ਕੰਨ ਦੇ ਉੱਤੇ ਵੀ ਬੈਰਲ ਰੱਖ ਕੇ ਡਰਾਵਾ ਦਿੱਤਾ ਗਿਆ ਕਿ ਦੱਸੋ ਉਹ ਕਿੱਥੇ ਆ। ਲੇਕਿਨ ਕਿਸੇ ਨੂੰ ਮੇਰੇ ਬਾਰੇ ਨਾ ਪਿੰਡ ਦੇ ਬੰਦੇ ਨੂੰ ਪਤਾ ਸੀ, ਨਾ ਕਿਸੇ ਘਰ ਦੇ ਜੀ ਨੂੰ ਪਤਾ ਸੀ। ਤੇ ਉਹ ਬੜੀਆਂ ਵੱਡੀਆਂ ਅਖਬਾਰਾਂ ਦੇ ਵਿੱਚ ਪੂਰੇ ਪੇਜ ਦੀਆਂ ਕਈ ਦਿਨ ਰਿਪੋਰਟਾਂ ਛਪਦੀ ਰਹੀਆਂ। ਤੇ ਉਸ ਤੋਂ ਬਾਅਦ ਫਿਰ ਇਹ ਦੌਰ ਚੱਲਦਾ ਰਿਹਾ। ਸਾਡਾ ਘਰ ਵੀ ਜਿਹੜਾ ਉਹ ਢਹਿ ਢੇਰੀ ਕਰ ਦਿੱਤਾ ਗਿਆ, ਖੇਤ ਉਜਾੜ ਦਿੱਤੇ ਗਏ। ਕਈ ਵਾਰ ਮੇਰੇ ਭਰਾਵਾਂ ਨੂੰ ਤੇ ਪਿਤਾ ਜੀ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਲੰਮਾ ਸਮਾਂ ਰੱਖਿਆ ਗਿਆ। ਫਿਰ ਹੈਬੀਅਸ ਕਰਪਸ ਕਰਕੇ ਹਾਈ ਕੋਰਟ ਜਾਂ ਛਡਾਉਂਦੇ ਰਹੇ ਜਾਂ ਕੋਈ ਹੋਰ ਤਰੀਕਾ ਵਰਤ ਕੇ ਉਹਨਾਂ ਦੀ ਰਿਹਾਈ ਕਰਾਉਂਦੇ ਰਹੇ। ਉਸ ਤੋਂ ਬਾਅਦ ਫਿਰ 1995 ਦੇ ਵਿੱਚ
5 ਸਤੰਬਰ 1995 ਦੇ ਵਿੱਚ ਮੈਨੂੰ ਕਿਸੇ ਮੇਰੇ ਦੋਸਤ ਨੇ ਹੀ ਮੁਖਬਰੀ ਕਰਕੇ ਮੈਨੂੰ ਅਰੈਸਟ ਕਰਵਾਤਾ। 16 ਦਿਨ ਮੈਨੂੰ ਇਲੀਗਲ ਕਸਟਡੀ 'ਚ ਰੱਖਿਆ ਗਿਆ। ਜਦੋਂ ਹਾਈ ਕੋਰਟ, ਸੁਪਰੀਮ ਕੋਰਟ ਤੇ ਹੋਰ ਹਾਈ ਅਫੀਸ਼ੀਅਲ ਨੂੰ ਟੈਲੀਗ੍ਰਾਮਾਂ ਹੋਈਆਂ ਤਾਂ ਫਿਰ ਸੁਪਰੀਮ ਕੋਰਟ ਨੇ ਐਕਸ਼ਨ ਲਿਆ। ਉਹ ਟੈਲੀਗ੍ਰਾਮ ਨੂੰ ਹੈਬੀਅਸ ਕਰਪਸ ਵਜੋਂ ਲੈ ਕੇ ਤੇ ਪੁਲਿਸ ਨੂੰ ਕਹਾ ਗਿਆ ਤੇ 21 ਤਰੀਕ ਨੂੰ ਫਿਰ ਮੇਰੇ ਉੱਤੇ 5 ਤਰੀਕ ਤੋਂ ਲੈ ਕੇ 16 ਤਰੀਕ 21 ਤਰੀਕ ਤੱਕ ਮੈਨੂੰ ਇਲੀਗਲ ਕਸਟਡੀ 'ਚ ਰੱਖ ਕੇ ਬੀਕੋ, ਨਾਂ ਤੁਸੀਂ ਸੁਣਿਆ ਹੋਣਾ, ਬੀਕੋ ਬਟਾਲਾ, ਹਾਂਜੀ 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 ਉਹਦੇ ਵਿੱਚ ਵੀ ਟਾਰਚਰ ਕੀਤਾ ਗਿਆ। ਵੱਖ ਫਾਰਮ ਹਾਊਸਾਂ ਦੇ ਖਾ ਕੇ, ਕਿਸੇ ਜਿਹੜੇ ਪੁਲਿਸ ਦੇ ਟਾਊਨ ਹਨ ਨਾ ਉਹਨਾਂ ਦੇ ਘਰਾਂ 'ਚ ਖੜ ਕੇ ਰੱਖ ਕੇ ਟਾਰਚਰ ਕੀਤਾ ਗਿਆ। ਤੇ 21 ਤਰੀਕ ਨੂੰ ਮੇਰੇ ਤੇ 16 ਦਿਨ ਇਲੀਗਲ ਕਸਟਡੀ 'ਚ ਰੱਖਣ ਤੋਂ ਬਾਅਦ ਪੁਲਿਸ ਮੁਕਾਬਲੇ ਦਾ ਕੇਸ ਦਰਜ ਕਰਕੇ ਤੇ ਇੱਕ ਪਿਸਟਲ ਦੀ ਰਿਕਵਰੀ ਪਾ ਕੇ ਕੇਸ ਦਰਜ ਕਰਤਾ ਗਿਆ। FIR ਦਰਜ ਕਰਕੇ ਤੇ ਅਗਲੇ ਦਿਨ ਮੈਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਉਸ ਤੋਂ ਬਾਅਦ ਫਿਰ 2 ਮਹੀਨੇ ਦੇ ਕਰੀਬ ਮੈਂ ਪੁਲਿਸ ਰਿਮਾਂਡ ਤੇ ਰਿਹਾ ਤੇ ਮੇਰੇ ਤੇ ਅਨੇਕਾਂ ਹੀ ਕੇਸ ਪਾ ਦਿੱਤੇ ਗਏ, ਜਿਨ੍ਹਾਂ ਵਿੱਚੋਂ ਸਾਰੇ ਕੇਸਾਂ ਵਿੱਚੋਂ ਮੈਂ ਬਾਇੱਜ਼ਤ ਬਰੀ ਹੋ ਕੇ ਜੁਲਾਈ 1999 ਨੂੰ ਰਿਹਾ ਹੋ ਗਿਆ। ਅਜੇ ਰਿਹਾ ਹੋ ਕੇ ਘਰ ਵੀ ਨਹੀਂ ਪਹੁੰਚਿਆ ਹਾਂ, ਲੇਕਿਨ ਪੁਲਿਸ ਨੇ ਫਿਰ ਇੱਕੋ ਟਾਈਮ ਦੇ ਉੱਤੇ ਸਾਡੇ ਸਾਰੇ ਰਿਸ਼ਤੇਦਾਰਾਂ ਉੱਤੇ ਮਿੱਥ ਕੇ ਸਮਾਂ ਨਿਸ਼ਚਿਤ ਕਰਕੇ ਰੇਡ ਕਰਨੇ ਸ਼ੁਰੂ ਕਰ ਦਿੱਤੇ। ਮੈਨੂੰ ਫਿਰ ਲਾਂਭੇ ਹੋਣਾ ਪਿਆ। ਫਿਰ ਮੈਂ ਉਹਦੀ ਹਾਈ ਕੋਰਟ ਵਿੱਚ ਵੀ ਰਿਟ ਲਾਈ ਤੇ ਨਵਾਂ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਬਣਿਆ ਸੀ, ਉਹਦੇ ਵਿੱਚ ਵੀ ਕੰਪਲੇਂਟ ਕੀਤੀ। ਉੱਥੋਂ ਮੈਨੂੰ ਰਾਹਤ ਮਿਲੀ। ਹਾਈ ਕੋਰਟ ਨੇ ਨੋਟਿਸ ਕਰ ਦਿੱਤਾ, petitioner to be interrogated, a notes under section 160 CRPC issued to him। ਲੇਕਿਨ ਪੁਲਿਸ ਨੇ ਇਹਦੀ ਵੀ ਕੋਈ ਪਰਵਾਹ ਨਾ ਕੀਤੀ, ਉਹਨੇ ਆਪਣੀ ਛਾਪੇਮਾਰੀ ਕਰ ਦਿੱਤੀ। ਫਿਰ ਲੀਗਲ ਨੋਟਿਸ ਦਿੱਤਾ ਮੇਰੇ ਵਕੀਲ RS ਬੈਂਸ ਨੇ ਚੰਡੀਗੜ੍ਹ ਤੋਂ, ਉਹਨਾਂ ਲੀਗਲ ਨੋਟਿਸ ਜਾਰੀ ਕੀਤਾ। ਉਹ ਲੀਗਲ ਨੋਟਿਸ ਤੋਂ ਬਾਅਦ ਨਾ ਹੀ ਫਿਰ ਦੇ ਵਿੱਚ ਕੰਪਲੇਂਟ ਪਾਤੀ ਤੇ ਉਸ ਤੋਂ ਬਾਅਦ ਫਿਰ ਕੁਝ ਰਾਹਤ ਮਿਲੀ ਤੇ 2004 ਦੇ ਵਿੱਚ ਮੈਨੂੰ ਦੁਬਾਰਾ ਫਿਰ ਅਰੈਸਟ ਕੀਤਾ ਗਿਆ ਕੇਸ ਦੇ ਵਿੱਚ। ਜਦੋਂ ਬੜੈਲ ਜੇਲ੍ਹ ਦੇ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ ਤੇ ਭਾਈ ਜਗਤਾਰ ਸਿੰਘ ਤਾਰਾ ਦੀ ਪਾਰੀ ਦੀਆਂ ਖਬਰਾਂ ਆਈਆਂ ਤਾਂ ਉਹ ਕੇਸ ਦੇ ਵਿੱਚੋਂ ਮਾਸਟਰ ਮਾਈਂਡ ਦੇ ਤੌਰ ਤੇ ਅਰੈਸਟ ਕਰ ਲਿਆ ਗਿਆ। ਤੇ ਉਹਦੇ ਵਿੱਚੋਂ ਵੀ ਮੈਂ ਫਿਰ 15 ਮਹੀਨੇ ਬਾਅਦ 29 ਅਪ੍ਰੈਲ 2005 ਨੂੰ, ਕਿਉਂਕਿ ਮੈਨੂੰ 29 ਜਨਵਰੀ 2004 ਨੂੰ ਅਰੈਸਟ ਕੀਤਾ ਗਿਆ ਸੀ ਤੇ 1-2 ਇਲੀਗਲ ਕਸਟਡੀ 'ਚ ਰੱਖਣ ਤੋਂ ਬਾਅਦ ਕੋਰਟ 'ਚ ਪੇਸ਼ ਕੀਤਾ ਗਿਆ। ਤੇ ਉਸ ਤੋਂ ਬਾਅਦ ਫਿਰ ਮੈਂ 2005 ਦੇ ਵਿੱਚ 29 ਅਪ੍ਰੈਲ 2005 ਦੇ ਵਿੱਚ ਮੈਂ ਰਿਹਾ ਹੋ ਗਿਆ। ਇਸ ਅਰਸੇ ਦੇ ਮੈਂ ਤੁਹਾਨੂੰ ਦੱਸਣਾ ਕਿ ਟਾਰਚਰ ਕਿਵੇਂ ਕਰਦੀ। ਸ਼ਮੇਦ ਸੈਣੀ ਦਾ ਨਾਂ ਤੁਸੀਂ ਸੁਣਿਆ ਹੋਣਾ। ਇਹ 1986 ਦੇ ਵਿੱਚ ਜਦੋਂ ਪਹਿਲੀ ਵਾਰ ਮੈਨੂੰ ਇਹਨਾਂ ਨੇ ਅਰੈਸਟ ਕੀਤਾ, ਉਦੋਂ ਇਹ SSP ਬਟਾਲਾ ਸੀ। ਇਹ ਉਦੋਂ ਤੋਂ ਹੀ ਮੈਨੂੰ ਜਾਣਦਾ ਸੀ। 2004 ਦੇ ਵਿੱਚ ਜਦੋਂ ਅਰੈਸਟ ਕੀਤਾ ਗਿਆ, ਉਦੋਂ ਇਹਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਮੈਂਬਰ ਬਣਾਏ, ਬੜੈਲ ਜੇਲ੍ਹ ਬਰੇਕ ਕੇਸ ਦੀ ਤਫਤੀਸ਼ ਸੌਂਪੀ ਗਈ ਸੀ ਜੀ। ਇਹਨੇ ਮੈਨੂੰ ਅਰੈਸਟ ਕੀਤਾ। ਇੱਕ ਹੋਰ ਬੀਬੀ ਬਲਜੀਤ ਕੌਰ ਫਤਿਹਗੜ੍ਹ ਸਾਹਿਬ ਤੋਂ, ਉਹਨੂੰ ਅਰੈਸਟ ਕੀਤਾ। ਲੇਕਿਨ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਉਹ ਬੀਬੀ ਨੂੰ ਮੇਰੇ ਸਾਹਮਣੇ ਕਿਵੇਂ ਇਹਨਾਂ ਨੇ ਟਾਰਚਰ ਕੀਤਾ। ਅੱਜ ਸਾਡੇ ਸਟੂਡੀਓ ਦੇ ਵਿੱਚ ਬੜੇ ਹੀ ਇੰਪੋਰਟੈਂਟ ਜਿਹੜੇ ਮਹਿਮਾਨ ਆਏ ਨੇ, ਸਰਦਾਰ ਨਰੈਣ ਸਿੰਘ ਜੀ ਚੌੜਾ ਸਾਹਿਬ, ਤੇ ਉਹਨਾਂ ਨੂੰ ਇੰਟਰਵਿਊ ਕਰ ਰਹੇ ਨੇ ਮੇਰੇ ਸਹਿਯੋਗੀ ਜਸਵੀਰ ਸਿੰਘ ਜੀ ਜੌਹਲ ਜੀ ਅੰਮ੍ਰਿਤਸਰ ਤੋਂ। ਤੇ ਆਪਾਂ ਜਿਵੇਂ ਗੱਲਬਾਤ ਕਰ ਰਹੇ ਸੀ ਡਿਟੇਲ ਦੇ ਵਿੱਚ ਕਿ ਜਿਹੜਾ ਇਹਨਾਂ ਦੇ ਟਾਰਚਰ ਹੋਇਆ ਵਾ, ਜੌਹਲ ਸਾਹਿਬ ਉਹਨੂੰ ਡਿਟੇਲ ਦੇ ਵਿੱਚ ਜਿਹੜੀਆਂ ਸਾਰੀਆਂ 8-10 ਵਾਰੀ ਦੀ ਗ੍ਰਿਫਤਾਰੀ ਹੋਈ ਆ,
ਉਹਨਾਂ ਦੇ ਕੀ ਕਾਰਨ ਸਨ ਔਰ ਕਿਹੜੇ ਜੁਰਮ ਦੇ ਹੇਠ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ, ਔਰ ਕੀ ਪੁਲਿਸ ਨੇ ਜਿਹੜੇ ਨਕਲੀ ਕੇਸ ਬਣਾਏ ਕਿਵੇਂ ਬਣਾਏ, ਔਰ ਕਿੱਦਾਂ ਅੱਗੇ ਸਾਰੀ ਇਹਨਾਂ ਦੀ ਕਹਾਣੀ ਵੱਧਦੀ ਆ, ਉਹਦੇ ਬਾਰੇ ਥੋੜਾ ਵਿਸਤਾਰ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ। ਓਵਰ ਟੂ ਜੌਲ ਸਾਹਿਬ। ਹਾਂਜੀ ਹਾਂਜੀ, ਚੌੜਾ ਸਾਹਿਬ ਤੁਹਾਡਾ ਸਵਾਗਤ ਹੈ ਜੀ ਸਟੂਡੀਓ ਦੇ ਵਿੱਚ। ਮਿਹਰਬਾਨੀ ਜੀ। ਇਹ ਮਤਲਬ ਕੀ ਕਾਰਨ ਸਨ ਜੇਲ੍ਹ ਜਾਣ ਦੇ, ਜੇਲ੍ਹ ਤੁਹਾਨੂੰ ਕਿਉਂ ਜਾਣਾ ਪਿਆ, ਤੇ ਜਿਹੜਾ 5.5 ਸਾਲ ਦਾ ਸਫ਼ਰ ਤੁਸੀਂ ਜੇਲ੍ਹ 'ਚ ਕੱਢਿਆ ਵਾ, ਤੇ ਮੈਂ ਰਿਪੋਰਟ ਪੜ੍ਹ ਰਿਹਾ ਸੀ 3 ਕੁ ਸਾਲ ਤੁਹਾਨੂੰ ਅੰਡਰਗਰਾਊਂਡ ਵੀ ਰਹਿਣਾ ਪਿਆ, ਕੁੱਲ ਮਿਲਾ ਕੇ ਇੱਕ ਦਹਾਕਾ ਬਣ ਜਾਂਦਾ। ਤੇ ਇਸ ਬਾਰੇ ਤੁਸੀਂ ਦੱਸੋ ਸਾਨੂੰ ਵੀ ਇਹਦੇ ਵਿੱਚ ਜਿਹੜਾ ਸਫ਼ਰ ਤੁਹਾਨੂੰ 5 ਸਾਲ ਦਾ ਜੇਲ੍ਹ ਦੀਆਂ ਕਾਲ ਕੋਠੀਆਂ ਕੱਟਣਾ ਪਿਆ, ਉਹਦੇ ਪਿੱਛੇ ਵਜ੍ਹਾ ਕੀ ਸੀ? ਦੇਖੋ ਜੀ, ਇਹਦੇ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 2010 ਦੇ ਵਿੱਚ ਇਲੈਕਸ਼ਨ ਅਨਾਉਂਸ ਹੋਈ ਸੀ, ਵੋਟਾਂ ਬਣਾਉਣ ਦੀ ਕੰਪੇਨ ਚੱਲ ਰਹੀ ਸੀ, ਤੇ ਮੈਂ ਆਪਣੀ ਟੀਮ ਨੂੰ ਨਾਲ ਲੈ ਕੇ ਤੇ ਪਿੰਡ ਪਿੰਡ ਜਾ ਕੇ ਵੋਟਾਂ ਬਣਾ ਰਹੇ ਸਨ, ਕਿਉਂਕਿ ਸਾਡਾ ਨਿਸ਼ਾਨਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਪੰਥ ਦੀ ਸਰਮੋਦ ਸੰਸਥਾ ਵਾ, ਤੇ ਇਹ ਅਸਿੱਧੇ ਤੌਰ ਦੇ ਉੱਤੇ ਸਰਕਾਰ ਨੇ ਆਪਣੇ ਹੱਥ ਠੋਕਾ ਬੰਦਿਆਂ ਖਾਸ ਕਰਕੇ ਬਾਦਲ ਪਰਿਵਾਰ ਦੇ ਰਾਹੀਂ ਆਪਣੇ ਕਬਜ਼ੇ 'ਚ ਲੈ ਲਈ ਆ, ਤੇ ਇਹਨੂੰ ਕਬਜ਼ਾ ਮੁਕਤ ਕਰਾ ਕੇ ਇਹਦਾ ਪ੍ਰਬੰਧ ਪੰਥਕ ਹੱਥਾਂ ਵਿੱਚ ਦਿਵਾਉਣਾ ਵਾ, ਤੇ ਉਹਦੇ ਵਾਸਤੇ ਯੋਗ ਪੰਥਕ ਸ਼ਖਸੀਅਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦੇ ਵਿੱਚ ਜਿਤਾਉਣਾ। ਅਸੀਂ ਵੋਟਾਂ ਬਣਾ ਰਹੇ ਹਾਂ, ਤੇ ਜਦੋਂ ਵੋਟਾਂ ਬਣਾਉਣ ਵਾਸਤੇ ਪਿੰਡ ਪਿੰਡ ਜਾਂਦੇ ਹਾਂ, ਤੇ ਮੈਨੂੰ ਕਈਆਂ ਨੇ ਕਿਹਾ, ਕਈ ਜਿਹੜੇ ਬਾਦਲ ਦਲ ਦੇ ਸਮਰਥਕ ਸੀ ਉਹਨਾਂ ਵੀ ਕਿਹਾ, ਤੇ ਜਿਹੜੇ ਬਾਦਲ ਦਲ ਦੇ ਵਿਰੋਧੀ ਸੀ ਉਹਨਾਂ ਵੀ ਕਿਹਾ। ਬਾਦਲ ਦਲ ਦੇ ਸਮਰਥਕਾਂ ਦੇ ਇਹ ਕਿਹਾ ਕਿ ਤੁਹਾਨੂੰ ਇਹ ਕੰਪੇਨ ਦੇ ਵਿੱਚ ਹਿੱਸਾ ਨਹੀਂ ਲੈਣ ਦੇਣਾ, ਤੁਹਾਡੇ ਉੱਤੇ ਆਪਾਂ ਕੋਈ ਨਾ ਕੋਈ, ਉਹਨਾਂ ਸਿੱਧਾ ਲਫ਼ਜ਼ ਵਰਤਿਆ ਕਿ ਆਪਾਂ ਤੁਹਾਡੇ ਉੱਤੇ ਕੋਈ ਨਾ ਕੋਈ ਅਸਲਾ ਬਰੂਦ ਪਾ ਕੇ ਤੇ ਤੁਹਾਨੂੰ ਜੇਲ੍ਹ ਸੁੱਟ ਦੇਣਾ। ਤੇ ਜਿਹੜੇ ਹੈਗੇ ਬਾਦਲ ਦਲ ਦੇ ਵਿਰੋਧੀ ਹਨ ਤੇ ਪੰਥਕ ਦਰਦ ਰੱਖਣ ਵਾਲੇ ਹਨ, ਉਹਨਾਂ ਵੀ ਇਹ ਗੱਲ ਕਹੀ ਜਾਂਦੇ ਕਿ ਸਰਕਾਰ ਦੇ ਬੜੇ ਵੱਡੇ ਹੱਥ ਨੇ, ਤੇ ਸਰਕਾਰ ਨੇ ਸੰਸਥਾ ਨੂੰ ਪੰਥਕ ਹੱਥਾਂ ਦੇ ਵਿੱਚ ਨਹੀਂ ਲੈਣ ਦੇਣਾ, ਤੇ ਤੁਹਾਨੂੰ ਉਹਨਾਂ ਕੇਸ ਪਾ ਕੇ ਕੋਈ ਨਾ ਕੋਈ ਉਲਝਾ ਲੈਣਾ। ਤੇ ਉਹ ਗੱਲ ਹੀ ਹੋਈ, 3-4 ਦਿਨ ਹੀ ਅਜੇ ਆਪਾਂ ਕੰਪੇਨ ਚਲਾਈ ਸੀ, ਤੇ ਪੁਲਿਸ ਨੇ ਘਰ ਵਿੱਚ ਰੇਡ ਕਰਨਾ ਸ਼ੁਰੂ ਕਰ ਦਿੱਤਾ। ਠੀਕ ਹੈ ਜੀ। ਤੇ ਉਹ ਬਾਅਦ ਵਿੱਚ ਪਤਾ ਲੱਗਾ ਜਦੋਂ ਆਪਾਂ ਨੇ ਮੈਂ ਆਪਣੇ ਵਕੀਲ ਦੇ ਰਾਹੀਂ ਐਂਟੀਸਿਪੇਟਰੀ ਬੇਲ ਰੱਖੀ, ਕੇਸ ਦੇ ਵਿੱਚ ਮੈਨੂੰ ਅੰਦਰ ਨਹੀਂ ਕੀਤਾ ਗਿਆ, ਕੋਈ ਪੁਲਿਸ ਨੂੰ ਮੈਂ ਕਿਸ ਕੇਸ ਦੇ ਵਿੱਚ ਵਾਂਟਡ ਆ, ਤੇ ਉਹਨਾਂ ਨੇ ਇੱਕ ਕੇਸ ਇੱਥੇ ਕਾਰ ਕੋਈ ਅੰਮ੍ਰਿਤਸਰ ਦੇ ਵਿੱਚ ਖੜੀ ਲਾਵਾਰਸ ਕਾਰ ਪੁਲਿਸ ਨੇ ਫੜੀ ਸੀ, ਤੇ ਇਹਨਾਂ ਆਖਿਆ ਵੀ ਉਹ ਕਾਰ ਦੇ ਨਾਲ ਇਹਦਾ ਸੰਬੰਧ ਹੈ, ਜਦੋਂ ਕਿ ਮੈਨੂੰ ਪਤਾ ਵੀ ਨਹੀਂ, ਚੇਤਾ ਵੀ ਨਹੀਂ ਸੀ, ਮੇਰਾ ਦੂਰ ਦਾ ਵੀ ਕੋਈ ਸੰਬੰਧ ਨਹੀਂ ਸੀ। ਤੇ ਬਾਅਦ 'ਚ ਅਦਾਲਤ ਵਿੱਚ ਵੀ ਇਹ ਸਾਬਤ ਹੋ ਗਿਆ ਕਿ ਉਹ ਕੇਸ ਦੇ ਵਿੱਚ ਇਹਦਾ ਕੋਈ ਦੂਰ ਦਾ ਵੀ ਸੰਬੰਧ ਨਹੀਂ। ਜਿੰਨੇ ਉਹ ਕੇਸ ਦੇ ਵਿੱਚ ਅਰੈਸਟ ਕੀਤੇ ਗਏ ਸੀ ਮੇਰੇ ਤੋਂ 3 ਸਾਲ ਪਹਿਲਾਂ ਵੀ, ਤੇ ਮੈਂ ਵੀ, ਸਾਰੇ ਬਾਜ਼ਤ ਬਰੀ ਹੋਏ ਉਹ ਕੇਸ ਦੇ ਵਿੱਚੋਂ, ਕਿਉਂਕਿ ਉਹ ਇੱਕ ਕਹਾਣੀ ਬਣਾਈ ਗਈ ਸੀ, ਕਹਾਣੀ ਘੜੀ ਗਈ ਕਿ ਕਾਰ ਬਰੂਦ ਲਾ ਕੇ ਉੱਥੇ ਖੜੀ ਕਰ ਦਿੱਤੀ ਗਈ ਆ, ਪਰ ਉਹ ਜਦੋਂ ਕੋਰਟ ਦੇ ਵਿੱਚ ਆਉਣ ਰਿਕਾਰਡ ਆਈਆਂ ਗੱਲਾਂ ਗਵਾਹੀਆਂ ਹੋਈਆਂ, ਤੇ ਉਹ ਕਾਰ ਇੱਕ ਕਾਰ ਦੀ ਥਾਂ 3 ਕਾਰਾਂ ਸਾਬਤ ਹੋ ਗਈਆਂ। ਅੱਛਾ ਜੀ। ਹਾਂ, ਕਿਵੇਂ? ਕਿਉਂਕਿ ਜਿਹੜੇ ਪੁਲਿਸ ਮੁਲਾਜ਼ਮ ਹੀ ਗਵਾਹ ਸਨ, ਉਹ ਇੱਕ ਕਹਿੰਦਾ ਕਿ ਕਾਰ ਨੂੰ ਅਸੀਂ ਸਟਾਰਟ ਕਰਕੇ ਖੜਿਆ, ਚਾਬੀ ਉਹਦੇ ਵਿੱਚ ਸੀ, ਦੂਜਾ ਕਹਿੰਦਾ ਕਿ ਅਸੀਂ ਧੱਕਾ ਲਾ ਕੇ ਉਹਨੂੰ ਟੋਚਨ ਪਾ ਕੇ ਖੜਿਆ, ਤੀਜਾ ਕਹਿੰਦਾ ਕਿ ਉਹਨੂੰ ਅਸੀਂ ਉਹ ਜਿਹੜਾ ਇੱਕ ਜਦੋਂ ਕੋਈ ਗੱਡੀ ਐਕਸੀਡੈਂਟ ਹੋ ਜਾਂਦਾ ਤੇ ਉਹਨੂੰ ਕੀ ਕਹਿੰਦੇ, ਜਿਹੜਾ ਚੁੱਕ ਕੇ ਤਾਂ ਲੈ ਜਾਂਦਾ, ਹਾਂ, ਰਿਕਵਰੀ ਵੈਨ ਦੇ ਨਾਲ ਖੜਿਆ। ਫਿਰ ਆ ਗਈ ਕਾਰ ਦੀ ਖਰੀਦ ਕਿੱਥੋਂ ਹੋਈ, ਕਿੱਥੋਂ ਚੱਲੀ, ਕਿੱਥੋਂ, ਸਾਰੇ ਉਹਨਾਂ ਨੇ ਇੱਕ ਚੈਨਲ ਜੋੜਨ ਦਾ ਯਤਨ ਕੀਤਾ, ਲੇਕਿਨ ਜਿੱਥੋਂ ਉਹ ਕਾਰ, ਜਿਹੜਾ ਸੁਖਦੇਵ ਸਿੰਘ ਇੱਕ ਹੈਗਾ ਸੀ ਅੰਮ੍ਰਿਤਸਰ ਦੇ ਲਾਗੇ ਹੀ ਉਹਦਾ ਪਿੰਡ ਆ, ਤੇ ਉਹਦੇ ਬਾਰੇ ਕਿਹਾ ਗਿਆ, ਦਾਅਵਾ ਕੀਤਾ ਗਿਆ ਕਿ ਉਹ ਕਾਰ ਖਰੀਦ ਕੇ ਲਿਆਇਆ, ਲੇਕਿਨ ਕਿਸੇ ਵੀ ਗਵਾਹ ਨੇ ਉਹਦਾ ਨਾਂ ਨਹੀਂ ਲਿਆ ਵੀ ਉਹ ਕਾਰ ਸਾਡੇ ਕੋਲ ਖਰੀਦ ਕੇ ਲਿਆਇਆ। ਉਹ ਗੱਲ ਵੀ
ਫਿਰ ਕਾਰ ਦਾ ਨੰਬਰ ਵੀ ਕੋਈ ਆਖੇ ਦਿੱਲੀ ਦਾ ਨੰਬਰ ਆ, ਕੋਈ ਆਖੇ ਪੰਜਾਬ ਦਾ ਨੰਬਰ ਆ, ਕੋਈ ਆਖੇ ਉਹਦਾ ਨੰਬਰ ਬਦਲਿਆ ਵਾ। ਨਾ ਉਹ ਕਾਰ ਸਾਬਤ ਹੋਈ, ਨਾ ਉਹਦੇ ਵਿੱਚੋਂ ਜਿਹੜਾ ਬਰੂਦ ਤੇ ਹੋਰ ਸਿਲੰਡਰ ਤੇ ਜੋ ਕੁਝ ਵੀ ਅਸਲੀਅਤ ਇਹ ਹੀ ਕਿ ਕਈਆਂ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਜਿਹੜਾ ਜੋ ਕੁਝ ਉਹਦੇ ਵਿੱਚ ਸੀ ਉਹ ਮਹਿੰਗਾ ਸਮਾਨ ਸੀ। ਕਿ ਪਤਾ ਨਹੀਂ ਉਹ ਕਾਰ ਕਿਹਨੇ ਖੜੀ ਕੀਤੀ, ਕਿਵੇਂ, ਕੋਈ ਉਹ ਪੁਲਿਸ ਨੇ ਰੱਖ ਲਿਆ ਤੇ ਉਹਦੇ ਥਾਂ ਨਕਲੀ ਜਿਹਾ ਸਮਾਨ ਪਾ ਦਿੱਤਾ। ਪਤਾ ਨਹੀਂ ਸੋਨਾ ਹੋਵੇ ਕੁਝ ਹੋਵੇ, ਪਤਾ ਨਹੀਂ ਉਹਦੇ ਵਿੱਚ ਕੀ ਸੀ ਕੀ ਨਹੀਂ। ਜਿਹੜੀਆਂ ਦੁਬਾਰਾ ਦੀ ਫੋਟੋ ਨਹੀਂ ਉਹਦੇ ਵਿੱਚ ਉਸਨੇ ਆਰਟੀਐਕਸ ਦੇ ਵਿੱਚ ਲੱਭੇ ਜਾਣ ਦਾ ਦਾਅਵਾ ਕੀਤਾ ਸੀ। ਉਹਦੇ ਬਾਰੇ ਹੁਣ ਤੁਸੀਂ ਦੱਸ ਰਹੇ ਜੇ ਕਿ ਬਿਲਕੁਲ ਹੀ ਕਹਾਣੀ ਝੂਠੀ ਘੜੀ ਗਈ। ਦੇਖੋ ਉਹ ਸਾਬਤ ਹੀ ਨਹੀਂ ਹੋਇਆ, ਕਾਰ ਹੀ ਸਾਬਤ ਨਹੀਂ ਹੋਈ ਕਿ ਉੱਥੇ ਖੜੀ ਸੀ ਤੇ ਉੱਥੋਂ ਹੀ ਰਿਕਵਰ ਹੋਈ, ਤੇ ਜਿਹੜੀ ਕਾਰ ਰਿਕਵਰ ਕੀਤੀ ਉਹੋ ਹੀ ਕਾਰ ਜਿਹੜੀ ਆ ਬਈ ਗਵਾਹੀ ਦੇ ਵਿੱਚ ਆਈ, ਉਹ ਗੱਲ ਨਹੀਂ ਹੋਈ। ਉਹ ਸਾਰੇ ਦੇ ਸਾਰੇ ਬਾ ਇੱਜ਼ਤ ਬਰੀ ਹੋ ਗਏ। ਇਸ ਕੇਸ ਦੇ ਵਿੱਚ ਫਿਰ ਮੈਨੂੰ 3 ਸਾਲ ਮੈਂ ਪਹਿਲਾਂ ਕੋਈ ਐਂਟੀਸਿਪੇਟਰੀ ਬੇਲ ਲਾਈ, ਹਾਈ ਕੋਰਟ ਵੀ ਗਿਆ, ਰਾਹਤ ਨਹੀਂ ਮਿਲੀ ਕਿਤੋਂ ਵੀ, ਕਿਉਂਕਿ ਕਾਲਾ ਕਾਨੂੰਨ ਐਕਸਪਲੋਸਿਵ ਤੇ ਆਰਮਜ਼ ਐਕਟ ਦੇ ਨਾਲ ਕਾਲਾ ਕਾਨੂੰਨ ਵੀ ਲਾ ਦਿੱਤਾ ਗਿਆ ਸੀ, ਜਿਹਨੂੰ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਕਹਿੰਦੇ ਆ, ਜਿਹਦੇ ਉੱਤੇ ਉਹ ਲੱਗ ਜਾਂਦਾ। ਉਹਦੀ ਕੋਰਟ ਜ਼ਮਾਨਤ ਦੇਣ ਵਾਸਤੇ ਵਹਿੰਦੀ ਵੀ ਨਹੀਂ। ਇੱਕ ਤੇ ਹੁੰਦਾ ਨਾ ਕਿ ਜੋ ਆਰਗੂ ਕਰਦਾ ਵਾ ਵਕੀਲ, ਕੋਈ ਉਹ ਆਰਗੂ ਸੁਣ ਕੇ ਔਨ ਮੈਰਿਟ ਉਹਦਾ ਫੈਸਲਾ ਕੀਤਾ ਜਾਏ, ਲੇਕਿਨ ਅਦਾਲਤਾਂ ਨੇ ਇੱਕ ਆਪਣਾ ਰਵੱਈਆ ਬਣਾ ਲਿਆ ਕਿ ਜਿਹਦੇ ਉੱਤੇ ਇਹੋ ਜਿਹਾ ਕਾਨੂੰਨ ਲੱਗ ਜਾਂਦਾ, ਜਿਵੇਂ ਪਹਿਲਾਂ ਟਾਡਾ ਲੱਗਦਾ ਸੀ 1995 ਤੱਕ ਉਹ ਟਾਡਾ ਰਿਹਾ, ਉਹ ਜਿਹਦੇ ਤੇ ਲੱਗ ਜਾਂਦਾ ਸੀ ਉਹਦੀ ਜ਼ਮਾਨਤ ਨਹੀਂ ਹੁੰਦੀ। ਫਿਰ ਜਿੱਤੇ ਹੁਣ 2010 ਤੋਂ ਇਹਨਾਂ ਨੇ ਅਨਲੌਫੁਲ ਐਕਟੀਵਿਟੀ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਉੱਤੇ ਹੀ ਲਾਉਣੀ ਸ਼ੁਰੂ ਕੀਤੀ। ਭਾਈ ਦਲਜੀਤ ਸਿੰਘ ਬਿੱਟੂ ਤੇ ਵੀ ਉਹ ਲਾਈ, ਹੋਰ ਜਿਹਨੇ ਵੀ ਸਿੰਘ ਅਰੈਸਟ ਕੀਤੇ ਉਹ ਉਹਨਾਂ ਦੇ ਉੱਤੇ ਇਹ ਕਾਲਾ ਕਾਨੂੰਨ ਲਾਇਆ ਗਿਆ। ਇਹ ਬਣਿਆ 1967 ਦਾ ਹੀ, ਨਕਸਲਵਾੜੀ ਲਹਿਰ ਦੇ ਵਿਰੁੱਧ ਵਰਤਣ ਵਾਸਤੇ ਬਣਿਆ ਸੀ, ਲੇਕਿਨ ਉਹਨਾਂ ਤੇ ਵੀ ਵਰਤੋਂ ਨਹੀਂ ਕੀਤੀ ਗਈ। ਵਰਤੋਂ ਇਹਦੀ 2010 ਤੋਂ ਹੀ ਇਹਨੂੰ ਹੋਰ ਇੱਕ ਅਮੈਂਡਮੈਂਟ ਕਰਕੇ ਹੋਰ ਸਖਤ ਕਰਕੇ ਤੇ ਇਹ ਕੀਤੀ ਵੀ ਉਹਦੀ ਜ਼ਮਾਨਤ, ਇੱਥੋਂ ਤੱਕ ਕਿ ਉਸ ਕੇਸ ਦੇ ਵਿੱਚ ਜਿਹੜੇ 2010 ਦੇ ਵਿੱਚ ਅਰੈਸਟ ਹੋਏ ਸੀ ਮੇਰੇ ਕੋ-ਅਕਿਊਜ਼ਡ, ਉਹ ਬਾਅਦ ਚ ਬਰੀ ਵੀ ਹੋ ਗਏ ਸੀ, ਲੇਕਿਨ ਅਦਾਲਤ ਨੂੰ ਪਤਾ ਸੀ ਕਿ ਜੇ ਉਹ ਬਰੀ ਹੋ ਗਿਆ ਤੇ ਇਹਨੂੰ ਵੀ ਸਜ਼ਾ ਨਹੀਂ ਹੋ ਸਕਦੀ। ਮੇਰੀ ਸੁਪਰੀਮ ਕੋਰਟ ਤੱਕ ਮੈਂ ਗਿਆ, ਉੱਥੋਂ ਮੇਰੀ ਜ਼ਮਾਨਤ ਨਹੀਂ ਹੋਈ, ਜ਼ਮਾਨਤ ਰਿਜੈਕਟ ਹੋ ਗਈ। ਮੈਨੂੰ 5 ਸਾਲ 5 ਮਹੀਨੇ 5 ਦਿਨ ਤੇ 5 ਘੰਟੇ ਜੇਲ੍ਹ ਵਿੱਚ ਰਹਿਣਾ ਪਿਆ। ਫਿਰ ਜਾ ਕੇ ਮੈਂ ਅਗਸਤ ਮਹੀਨੇ ਦੇ ਵਿੱਚ 4 ਅਗਸਤ 2018 ਨੂੰ ਮੈਂ ਬਾਹਰ ਆਇਆ। ਕੁਝ ਕੇਸ ਮੇਰੇ ਤੇ ਹੋਰ ਪਾ ਦਿੱਤੇ ਗਏ ਸੀ। ਹੁਣ ਮੈਂ ਇਸ ਦੌਰਾਨ, ਇਸ ਅਰਸੇ ਦੇ ਦੌਰਾਨ ਜੋ ਮੈਂ ਪੁਲਿਸ ਦਾ ਤਸ਼ੱਦਦ ਸਹਾਰਿਆ ਤੇ ਆਪਣੇ ਪਿੰਡੇ ਤੇ ਹੰਡਾਇਆ, ਮੈਂ ਉਹ ਗੱਲ ਤੁਹਾਡੇ ਚੈਨਲ ਰਾਹੀਂ ਪੂਰੇ ਸਿੱਖ ਜਗਤ ਤੇ ਪੂਰੀ ਨਿਆਂ ਪਸੰਦ ਦੁਨੀਆ ਦੇ ਸਾਹਮਣੇ ਰੱਖਣਾ ਚਾਹੁੰਦਾ। ਪਹਿਲਾਂ ਇਹ ਗੱਲ ਕਹਾਂਗਾ ਕਿ ਕਿਸੇ ਵੀ ਕਾਨੂੰਨ ਦੇ ਤਹਿਤ ਪੁਲਿਸ ਨੂੰ ਇਜਾਜ਼ਤ ਨਹੀਂ ਕਿ ਉਹ ਕਿਸੇ ਨੂੰ ਚਪੇੜ ਤੱਕ ਵੀ ਮਾਰ ਜੇ ਜਾਂ ਕਿਸੇ ਨਾਲ ਮਿਸਬਿਹੇਵ ਕਰੇ। ਉਹਨੇ ਕੇਸ ਦੀ ਇਨਵੈਸਟੀਗੇਸ਼ਨ ਕਰਨੀ ਹੁੰਦੀ ਹੈ, ਕੇਸ ਇਨਵੈਸਟੀਗੇਟ ਕਰਨਾ ਹੁੰਦਾ ਵਾ, ਤੇ ਉਹਦਾ ਇੱਕ ਤਰੀਕਾ ਵਾ, ਇੱਕ ਇਨਸਾਨੀਅਤ ਵਾਲਾ ਤਰੀਕਾ। ਲੇਕਿਨ ਇਹ ਜਿਹੜੇ ਤਬਦੀਸ਼ੀ ਅਫਸਰ ਜਾਂ ਸਿੱਟ ਬਣਾ ਦਿੱਤੀ ਜਾਂਦੀ ਆ, ਇਹ ਇੰਨੇ ਕਰੂਅਲ ਅਫਸਰ ਜਿਹੜੇ ਹੁੰਦੇ ਆ ਪੁਲਿਸ ਦੇ, ਉਹਨਾਂ ਨੂੰ ਚੁਣ ਕੇ ਉਹ ਇੱਕ ਟੀਮ ਬਣਾਈ ਜਾਂਦੀ ਆ ਤੇ ਉਹ ਆਪਣੇ ਨਾਲ ਜਿਹੜੇ ਆ ਪਾੜਨ ਵਾਲੇ, ਕੁੱਟਣ ਵਾਲੇ, ਟੰਗਣ ਵਾਲੇ, ਕਰੰਟ ਲਾਉਣ ਵਾਲੇ ਮੁਲਾਜ਼ਮਾਂ ਦੀ ਇੱਕ ਟੀਮ ਹੀ ਉਹਨਾਂ ਨੇ ਸਪੈਸ਼ਲ, ਜਿਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਹੁੰਦੀ ਆ ਟਾਰਚਰ ਕਿਵੇਂ ਕਰਨਾ, ਉਹ ਉਹਨਾਂ ਨੂੰ ਨਾਲ ਰੱਖਦੇ ਆ। ਟਾਰਚਰ ਕਰਨ ਦਾ ਇਹ ਕੀ ਤਰੀਕਾ ਕਿ ਸਭ ਤੋਂ ਪਹਿਲਾਂ ਬੰਦੇ ਨੂੰ ਦੇ ਕੱਪੜੇ ਲਵਾ ਦਿੰਦੇ ਆ, ਧੱਕੇ ਨਾਲ ਲਾ ਲੈਂਦੇ ਆ, ਫਰਸ਼ ਤੇ ਪਾਣੀ ਸੁੱਟ ਦਿੰਦੇ ਆ ਤੇ ਕਰੰਟ ਲਾਉਣਾ ਸ਼ੁਰੂ ਕਰ ਦਿੰਦੇ ਆ। ਫਿਰ ਲੱਤਾਂ ਪਾੜਦੇ ਆ, 3-3 ਬੰਦੇ ਇੱਕ ਲੱਤ ਨੂੰ ਫੜ ਕੇ ਉਸ ਪਾਸੇ ਖਿੱਚਦੇ ਆ, 3 ਬੰਦੇ ਉਸ ਪਾਸੇ ਖਿੱਚਦੇ ਆ, 3-4 ਬੰਦੇ ਜਿਹੜੇ ਆ ਪਿੱਛੋਂ ਕੋਈ ਵਾਲ ਫੜ ਲੈਂਦਾ, ਕੋਈ ਬਾਹਾਂ ਫੜ ਲੈਂਦਾ, ਇਸ ਤਰ੍ਹਾਂ ਕਰਕੇ। ਕੌਣ ਹੈ ਸੀਆਈਏ ਸਟਾਫ ਕਰਦਾ ਜਾਂ ਕੋਈ ਥਾਣੇ ਦੀ ਪੁਲਿਸ? ਦੇਖੋ ਇਹ ਸਾਰੇ ਜਿਹੜੇ ਟਾਰਚਰ ਸੈੱਲ ਬਣਾਏ ਆ, ਇਹ CIA ਸਟਾਫ ਹੁੰਦੇ ਨੇ। ਲੇਕਿਨ ਜੇ ਮਸ਼ਹੂਰ ਹੀ ਪਹਿਲਾਂ ਜਿਵੇਂ 84 ਤੋਂ ਬਾਅਦ ਮਸ਼ਹੂਰ ਹੋਇਆ ਸੀ ਬੀਕੋ ਬਟਾਲਾ, ਬੀਕੋ ਬਟਾਲਾ ਵੀ ਮੈਂ ਸਹਾਰਿਆ 1995 ਚ, ਮਾਲ ਮੰਡੀ ਅੰਮ੍ਰਿਤਸਰ, ਇਸੇ ਤਰ੍ਹਾਂ ਹੀ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਟਾਰਚਰ ਸੈੱਲ ਇਹਨਾਂ ਨੇ ਬਣਾਏ ਸੀ,
ਜਿੱਥੇ ਬੰਦੇ ਨੂੰ ਖੜ ਕੇ ਤੇ ਖਪਾ ਹੀ ਦਿੰਦੇ ਸੀ। ਲੇਕਿਨ ਜਦੋਂ ਮੈਨੂੰ 1995 ਚ ਅਰੈਸਟ ਕੀਤਾ ਗਿਆ, ਉਦੋਂ ਵੀ ਮਾਹੌਲ ਬਦਲ ਚੁੱਕਾ ਸੀ। ਬੰਦੇ ਨੂੰ ਇਹ ਜੇ ਕੁੱਟ ਖਾਂਦਾ ਖਾਂਦਾ ਮਰ ਜੇ ਤੇ ਮਰ ਜੇ, ਲੇਕਿਨ ਬਚਾਉਣ ਦਾ ਵੀ ਇਹ ਯਤਨ ਕਰਦੇ। ਉਸ ਤੋਂ ਬਾਅਦ ਮੁਕਾਬਲੇ ਨਹੀਂ ਹੋਏ। ਲੇਕਿਨ ਹੁਣ ਜਦੋਂ 2010 ਦੇ ਵਿੱਚ ਜਿਹੜੇ ਦੋ ਬੰਦੇ ਆ, ਉਹ ਇੱਕ ਤੇ ਇੱਥੇ ਹੀ ਪੁਲਿਸ CIA ਸਟਾਫ ਅੰਮ੍ਰਿਤਸਰ ਦੇ ਵਿੱਚ ਹੀ, ਇੱਕ ਹਵਾਲਾਤ ਦੇ ਵਿੱਚ ਹੀ ਚੜਾਈ ਕਰ ਗਿਆ ਸੀ, ਤੇ ਦੂਜਾ ਜਿਹੜਾ ਉਹ ਜੇਲ੍ਹ ਦੇ ਵਿੱਚ 2010 ਦੀ ਗੱਲ 2010 ਦੀ ਗੱਲ। ਠੀਕ ਹੈ, ਯਾਦ ਤੁਹਾਨੂੰ ਉਹਨਾਂ ਬੰਦਿਆਂ ਦਾ ਨਾਮ ਤੇ ਜਾਣ ਨਹੀਂ ਸਕਿਆ? ਇੱਕ ਦਾ ਨਾਮ ਕੁਲਵੰਤ ਸਿੰਘ ਸੀ ਤੇ ਦੂਜੇ ਦਾ ਨਾਮ ਸੋਹਣ ਸਿੰਘ। ਜਿਹੜਾ ਸੋਹਣ ਸਿੰਘ ਸੀ ਉਹ ਜਿਹੜਾ ਵਾ ਉਹ ਹਵਾਲਾਤ ਦੇ ਵਿੱਚ ਹੀ, ਤੇ ਇਹਨਾਂ ਨੇ ਸਟੋਰੀ ਇਹ ਬਣਾਈ ਕਿ ਉਹਨੇ ਹਵਾਲਾਤ ਦੇ ਵਿੱਚ ਫਾਹ ਲੈ ਲਿਆ, ਤੇ ਦੂਜੇ ਦੀ ਸਟੋਰੀ ਇਹ ਬਣਾਈ ਕਿ ਉਹਨੇ ਆਪਣੇ ਆਪ ਨੂੰ ਅੱਗ ਲਾ ਲਿਆ। ਲੇਕਿਨ ਜਿਹੜੀ ਰਿਪੋਰਟ ਆ, ਪੋਸਟਮਾਰਟਮ ਦੀਆਂ ਰਿਪੋਰਟਾਂ 'ਚ ਵੀ ਸੱਚਾਈ ਜੋ ਆਉਂਦੀ ਆ ਉਹ ਸਭ ਕੁਝ ਦੱਸਦੀ ਆ, ਲੇਕਿਨ ਪੋਸਟਮਾਰਟਮ ਦੀਆਂ ਰਿਪੋਰਟਾਂ ਨੂੰ ਵੀ ਬਦਲਾ ਦਿੱਤਾ ਜਾਂਦਾ। ਹੁਣ ਮੈਂ ਇਹ ਸਾਰਾ ਕੁਝ ਆਪਣੇ ਪਿੰਡੇ ਤੇ ਹੰਡਾਇਆ। ਇੰਨੇ ਕਰੂਲ, ਇੰਨਾ ਮਿਸਬਿਹੇਵ ਕਰਦੇ ਆ ਕਿ ਇਹ ਪੁਲਿਸ ਟੀਮ ਨੂੰ ਇਨਸਾਨ ਕਿਹਾ ਹੀ ਨਹੀਂ ਜਾ ਸਕਦਾ, ਮੰਨਿਆ ਨਹੀਂ ਜਾ ਸਕਦਾ, ਜਿਹਦੇ ਵਿੱਚ ਮੁੱਖ ਸ਼ੈਣੀ ਆ। ਫਿਰ ਇਹ ਸਿਰਫ ਬੰਦੇ ਨੂੰ ਟਾਰਚਰ ਹੀ ਨਹੀਂ ਕਰਦੇ, ਸਗੋਂ ਇਹ ਉਹਨੂੰ ਜੋ ਪਿੱਛੇ ਇਹਨਾਂ ਨੇ ਕੀਤਾ ਹੁੰਦਾ ਵਾ, ਜਿੰਨੇ ਬੰਦੇ ਇਹਨਾਂ ਨੇ ਮਾਰ ਖਪਾਏ ਹੁੰਦੇ ਆ, ਜਿਵੇਂ ਉਹਨਾਂ ਨੂੰ ਟਾਰਚਰ ਕੀਤਾ ਹੁੰਦਾ ਵਾ, ਉਹ ਸਾਰੀ ਕਹਾਣੀ ਵੀ ਦੱਸਦੇ ਆ ਬੰਦੇ ਨੂੰ ਡਰਾਉਣ ਵਾਸਤੇ, ਵੀ ਉਹਨਾਂ ਨੂੰ ਦਿੱਤੇ ਤਸੀਹਾਂ ਨੂੰ ਸੁਣ ਕੇ ਸਾਡੇ ਹੱਥੋਂ, ਸਾਡੇ ਮੂੰਹ ਤੋਂ, ਤੇ ਇਹ ਬੰਦਾ ਡਰ ਜਾਏਗਾ, ਘਬਰਾ ਜਾਏਗਾ। ਹੁਣ ਜਿਹੜਾ ਮਲਤਾਨੀ ਹੁਣ ਜਿਹਦੇ ਕੇਸ ਦੇ ਵਿੱਚ ਸ਼ਵੇਤ ਸੈਣੀ ਨੂੰ ਭਾਈ ਉਹਦੀ ਬੇਲ ਉਹਨੇ ਕਰਾ ਲਈ ਆ, ਲੇਕਿਨ ਜਿਹੜਾ ਉੱਤੇ ਕੇਸ ਪਿਆ ਵਾ, ਹਾਂ ਨਹੀਂ ਗਿਲਟੀ ਕਰਾਰ ਅਜੇ ਤੇ ਉਹਨੂੰ ਨਾਮਜ਼ਦ ਕੀਤਾ ਨਾ, ਅਜੇ FIR ਉੱਤੇ ਦਰਜ ਹੋਈ ਆ, ਗਿਲਟੀ ਡਿਕਲੇਅਰ ਤੇ ਅੱਗੇ ਜਦੋਂ ਸੁਣਵਾਈ ਚੱਲੇਗੀ ਅਦਾਲਤੀ ਤੇ ਉਦੋਂ ਬਾਅਦ ਵਿੱਚ ਫਿਰ ਪਤਾ ਚੱਲੇਗਾ ਨਾ। ਇਹ ਖੁਦ ਇਹਨੇ ਸਾਰੇ ਮੈਨੂੰ ਕਈ ਕੇਸ ਦੱਸਦੇ, ਫਲਾਣੇ ਨੂੰ ਐਵੇਂ ਮਾਰਿਆ, ਫਲਾਣੇ ਨੂੰ ਐਵੇਂ ਮਾਰਿਆ, ਫਲਾਣੇ ਨੂੰ ਐਵੇਂ ਮਾਰਿਆ, ਜਿਹਦੇ ਵਿੱਚ ਮੇਨ ਇਹਨੇ ਉਹ ਮਲਤਾਨੀ ਵਾਲਾ ਵੀ ਦੱਸਿਆ, ਮੇਨ ਇਹਨੇ ਉਹ ਜਿਹੜਾ ਹੈਗਾ ਵਾ ਇੱਕ ਰੋਪੜ ਦੇ ਵਿੱਚ ਸਾਰਾ ਪਰਿਵਾਰ ਹੀ, ਉਹਦਾ ਨਾਂ ਵਿਸਰ ਗਿਆ ਵਾ ਹੁਣ, ਉਹ ਸਾਰਾ ਪਰਿਵਾਰ ਹੀ, ਜਿਹਦੇ ਵਿੱਚ ਇੱਕ ਛੋਟੀ ਜਿਹੀ ਆਵਾਜ਼ ਬੱਚੀ ਤੋਂ ਲੈ ਕੇ ਬਜ਼ੁਰਗ ਮਾਤਾ ਤੱਕ ਜਿਹੜੇ 5-6 ਜੀ ਸੀ, ਜਿਨ੍ਹਾਂ ਨੂੰ ਪੂਲੇ ਨੇ ਅੱਗ ਲਾਈ, ਕਿਉਂਕਿ ਪੂਲਾ ਸ਼ੈਣੀ ਦਾ ਪੱਗਵੱਟ ਭਰਾ ਬਣਿਆ ਸੀ ਤੇ ਉਹਦਾ ਕੈਟ ਸੀ। ਉਹ ਜਿਹੜੇ ਕਾਰ ਦੇ ਵਿੱਚ ਸ਼ਾਇਦ ਛੱਡਦੇ ਕਾਰ, ਨਹੀਂ ਕਾਰ 'ਚ ਨਹੀਂ ਸਾਰੇ, ਉਹ ਘਰ ਵਿੱਚ ਅੱਗ ਲਾ ਕੇ, ਜਟਾਣਾ ਬਲਵਿੰਦਰ ਸਿੰਘ ਜਟਾਣੇ ਦਾ ਰੋਪੜ ਦੇ ਵਿੱਚ ਨਾ, ਉਹਦਾ ਪਰਿਵਾਰ ਸੀ, ਸਾਰੇ ਦਾ ਸਾਰਾ ਇਹਨਾਂ ਨੇ ਸਾੜਤਾ ਸੀ। ਇਸੇ ਤਰ੍ਹਾਂ ਹੋਰ ਹੀ ਇੱਕ ਇਹਨਾਂ ਕਿਸੇ ਦੱਸਿਆ ਜੀ, ਇਸ ਤਰ੍ਹਾਂ ਹੀ ਇੱਕ ਨੂੰ ਤਾਂ ਟੰਗਿਆ ਉੱਤੇ, ਤੇ ਸੰਧੂ ਸਾਡਾ ਆਇਆ ਜਿਹੜਾ SHP ਸੰਧੂ ਸੀ, ਆਂਦਾ ਉਹਨੇ ਦਾਤਰ ਫੜਿਆ ਹੱਥ ਦੇ ਵਿੱਚ ਤੇ ਉਹਨੇ ਟੁੱਕਣਾ ਹੀ ਸ਼ੁਰੂ ਕਰਤਾ, ਟੁੱਕ ਕੇ ਹੀ ਮਾਰ ਦਿੱਤਾ। ਕਹਿੰਦਾ ਤੁਸੀਂ ਪਹਿਲਾਂ ਸੁਣਦੇ ਰਹੇ ਜੇ, ਉਹ ਤੁਸੀਂ ਵੇਖਿਆ ਨਹੀਂ ਵੀ ਬੰਦ ਕੱਟੇ, ਆਂਦਾ ਅਸੀਂ ਉਹਨਾਂ ਨਾਲੋਂ ਵੀ ਵੱਡੇ ਜਲਾਦ ਆ। ਭਾਈ ਮਨੀ ਸਿੰਘ ਦੇ ਬੰਦ ਕੱਟੇ, ਚਾਹੇ ਕੋਪਰੀਆਂ ਲਾਈਆਂ, ਚਾਹੇ ਆਰਿਆਂ ਨਾਲ ਚੀਰਿਆ, ਆਂਦਾ ਉਹਦੇ ਨਾਲੋਂ ਵੀ ਤੁਹਾਨੂੰ ਭਿਆਨਕ ਤਰੀਕੇ ਦੇ ਨਾਲ ਆਪਾਂ ਮਾਰ ਗੱਲਾਂ ਦਾ ਟੌਰਚਰ ਜਿੱਥੇ ਤੱਕ ਟੌਰਚਰ ਹੋ ਰਿਹਾ ਉੱਥੇ ਜਾ ਕੇ ਗਈਆਂ ਉੱਥੇ ਇਹ ਇਸ ਕਰਕੇ ਦੱਸਦੇ ਆ ਕਿ ਇਹ ਬੰਦਾ ਡਰ ਜੇ, ਘਬਰਾ ਜਾਏ। ਲੇਕਿਨ ਜਦੋਂ ਜੇਲ੍ਹ ਬ੍ਰੇਕ ਦੇ ਵਿੱਚ ਮੈਨੂੰ ਅਰੈਸਟ ਕੀਤਾ ਗਿਆ, ਮੈਨੂੰ ਇਹਨਾਂ ਨੇ 29 ਜਨਵਰੀ ਨੂੰ ਚੰਡੀਗੜ੍ਹ ਤੋਂ ਇਹਨਾਂ ਨੇ ਮੈਨੂੰ ਅਰੈਸਟ ਕਰ ਲਿਆ। ਕਿਹੜੀ ਸਨ? 2004 ਦੇ ਵਿੱਚ, ਜਨਵਰੀ 2004 ਸਵੇਰੇ ਇਸ ਵਕਤ ਹੀ ਭਾਈ 8 ਵਜੇ 9 ਵਜੇ ਮੈਨੂੰ ਇਹ ਟਾਰਚਰ ਸੈੱਲ ਦੇ ਵਿੱਚ ਲੈ ਗਏ। 9 ਵਜੇ ਸਵੇਰ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਇਹਨਾਂ ਨੇ ਪੂਰਾ ਜ਼ੋਰ ਲਾ ਲਿਆ, ਮੈਨੂੰ ਬਹੁਤ ਬੁਰੀ ਤਰ੍ਹਾਂ ਟਾਰਚਰ ਕੀਤਾ। ਟਾਰਚਰ ਕਰਨ ਤੋਂ ਬਾਅਦ ਸ਼ੈਣੀ ਮੈਨੂੰ ਕਹਿੰਦਾ ਕਿ ਹੁਣ ਸੀਜ਼ ਫਾਇਰ ਹੀ ਅੱਧੇ ਘੰਟੇ ਵਾਸਤੇ, ਤੇ ਆਂਦਾ ਹੁਣ ਕੋਈ ਕੰਮ ਦੀ ਗੱਲ ਦੱਸ ਜਾ। ਮੈਨੂੰ ਬੜਾ ਰੋਜ ਆ ਗਿਆ, ਮੈਂ ਕਿਹਾ ਸਵੇਰ ਤੋਂ ਲੈ ਕੇ ਹੁਣ ਤੱਕ ਮੈਨੂੰ ਟਾਰਚਰ ਕਰਦੇ ਆ, ਤੇ ਮੈਂ ਉਹ ਬਾਂਹ ਖੜੀ ਕਰਕੇ ਕਿਹਾ if they escaped I am very 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 happy। ਮੈਂ ਇਹਦੇ ਮੂੰਹ ਅੱਖਾਂ 'ਚ ਅੱਖਾਂ ਪਾ ਕੇ ਗੱਲ ਜਦੋਂ ਕਹੀ, ਮੈਂ ਵੇਖਿਆ ਇਹਦੇ ਮੱਥੇ ਤੇ ਤਰੇਲੀ ਆ ਗਈ ਵੀ ਇਹਨੂੰ ਮੈਂ ਟਾਰਚਰ ਕੀਤਾ ਤੇ ਇਹਨੇ ਤੇ ਮੇਰੀ ਬੇਇੱਜ਼ਤੀ ਕਰਤੀ, ਮੇਰੇ ਮੁਲਾਜ਼ਮਾਂ ਦੇ ਜਿਹੜੇ ਮੇਰੇ ਸਬਾਰਡੀਨੇਟ ਦੇ ਉਹਨਾਂ ਦੇ ਸਾਹਮਣੇ। ਮੈਂ ਉਹਨਾਂ ਮੁਲਾਜ਼ਮਾਂ ਵੱਲ ਜਦੋਂ ਵੇਖਿਆ ਜਿਹੜੇ ਮੈਨੂੰ ਟਾਰਚਰ ਕਰਦੇ ਸੀ, ਉਹ ਹੱਸਣ ਡਏ ਤੇ ਉਹ ਤਾੜੀ ਮਾਰਨ ਵਾਸਤੇ ਤਿਆਰ ਸੀ, ਲੇਕਿਨ ਇਹ ਤੋਂ ਡਰਦਿਆਂ ਉਹਨਾਂ ਤਾੜੀ ਨਹੀਂ ਮਾਰੀ। ਲੇਕਿਨ ਇਹਦੇ ਬਰਾਬਰ ਰੈਂਕ ਦਾ ਹੀ ਇੱਕ IG RP ਸਿੰਘ, ਤੇ ਉਹਨੇ ਪਤਾ ਨਹੀਂ ਕਿਵੇਂ ਉਹਨੂੰ ਕੀ ਗੱਲ ਹੋਈ, ਚਾਹੇ ਕਿਵੇਂ ਉਹਨੇ ਸੋਚਿਆ,
ਆਂਦਾ ਬੇਸ਼ੱਕ ਉਹਨੇ ਇਸ ਤਰੀਕੇ ਨਾਲ ਗੱਲ ਕੀਤੀ, ਆਂਦਾ ਉਹਨਾਂ ਨੇ ਕੌਮ ਦੇ ਪੈਰਾਂ ਤੇ ਡਿੱਗੀ ਪੱਗ ਚੁੱਕ ਕੇ ਸਿਰ ਤੇ ਰੱਖਤੀ, ਇਤਿਹਾਸ ਵਿੱਚ ਨਾਂ ਚਮਕਾਤਾ, ਇੱਕ ਇਤਿਹਾਸ ਦੇ ਵਿੱਚ ਇੱਕ ਸੁਨਹਿਰੀ ਕਾਂਡ ਦਰਜ ਕਰ ਦਿੱਤਾ। ਉਹ ਇਹੋ ਜਿਹੀਆਂ ਗੱਲਾਂ ਕਰਦਾ ਪਿਆ ਤੇ ਇਹ ਸ਼ਰਮਿੰਦਗੀ ਦੇ ਨਾਲ ਤਰੇੜੀ ਹੋ ਗਿਆ। ਲੇਕਿਨ ਇਹਨੇ ਕਿਹਾ ਵੀ ਲੈ ਜਾਓ ਇਹਨੂੰ, ਤੇ ਅੱਧਾ ਘੰਟਾ ਮੈਨੂੰ ਜਾ ਕੇ ਇੱਕ ਬੈੱਡ ਦੇ ਉੱਤੇ ਬਹਾਲ ਕੇ, ਉੱਤੇ ਮੇਰੇ ਕਿਉਂਕਿ ਪਾਲਾ ਪੋਹ ਦਾ ਤੇ ਮਹੀਨਾ ਸੀ, ਜਨਵਰੀ ਦਾ ਮਹੀਨਾ ਸੀ, ਬਹੁਤ ਠੰਡ ਜ਼ਿਆਦਾ ਸੀ ਤੇ ਪਾਣੀ ਥੱਲੇ ਸੀ ਤੇ ਉੱਤੇ ਮੈਨੂੰ ਟਾਰਚਰ ਕਰ ਰਹੇ ਸੀ, ਕਰੰਟ ਲਾ ਰਹੇ ਸੀ, ਸਾਰਾ ਦਿਨ ਏਦਾਂ ਲਗਾਇਆ ਤੇ ਉਹ ਰਜਾਈ ਰਜੂਈ ਉੱਤੇ ਦੇਤੀ। ਤੇ ਅੱਧੇ ਘੰਟੇ ਬਾਅਦ ਫਿਰ ਮੈਨੂੰ ਲਿਆ ਕੇ ਬਿਨਾਂ ਕੁਝ ਪੁੱਛਣ ਤੋਂ ਹੀ ਮੈਨੂੰ ਤਾਂ ਛੱਤ ਦੇ ਨਾਲ ਬਾਹਾਂ ਬੰਨ੍ਹ ਕੇ ਤੇ ਛੱਤ ਦੇ ਨਾਲ ਟੰਗ ਦਿੱਤਾ। ਉਹ ਜਦੋਂ ਟੰਗਤਾ, ਇੱਕ ਇੱਧਰ ਰੱਸਾ ਪਾਇਆ, ਇੱਕ ਰੱਸਾ ਪਾਇਆ ਤੇ ਬਾਹਾਂ ਜਿਹੜੀਆਂ ਉਹ ਪੁੱਠੀਆਂ ਹੋ ਕੇ ਤਾਲ ਹੋ ਗਈਆਂ। ਉਹ ਮੇਰਾ ਰਿਸਟ ਜਿਹੜਾ ਖੱਬੇ ਹੱਥ ਦਾ, ਇਹਨਾਂ ਨੇ ਉਹ ਰੱਸਾ ਖੋਲਿਆ ਹੀ, ਬਾਅਦ ਚ ਇਹਨਾਂ ਨੂੰ ਖੋਲ ਦੇਣਾ ਚਾਹੀਦਾ ਸੀ, ਉਹ ਖੋਲਿਆ ਹੀ ਨਹੀਂ। ਹਾਂ, ਚੇਤਾ ਹੀ ਭੁੱਲ ਗਿਆ, ਘੁੱਟਿਆ ਰਿਹਾ ਤੇ ਉਹਦੇ ਨਾਲ ਘੋਟੇ ਨਹੀਂ ਆ ਗਈ ਕਿ ਮੇਰਾ ਆ ਜਿਹੜਾ ਰਿਸਟ ਡਰਾਪ ਹੋ ਗਿਆ। ਇਹ ਮੇਰੀ ਮੈਡੀਕਲ ਰਿਪੋਰਟ ਦੇ ਵਿੱਚ ਵੀ ਆਇਆ ਤੇ 2 ਮਹੀਨੇ ਬਾਅਦ ਇਹ ਮੇਰਾ ਹੱਥ ਜਿਹੜਾ ਹੈ ਨਾ, ਜੇਲ੍ਹ ਦੇ ਵਿੱਚ ਜਾ ਕੇ ਭਾਈ ਡਾਕਟਰਾਂ ਨੇ ਪੂਰੇ ਇੰਟਰਸਟ ਦੇ ਨਾਲ, ਪੂਰੀ ਮੇਰੀ ਰਿਸਪੈਕਟ ਦੇ ਨਾਲ, ਬੜੇ ਖੁਸ਼ ਹੋ ਕੇ ਮੈਨੂੰ ਮਿਲਦੇ ਸੀ। ਭਾਈ ਆਂਦੇ ਵੀ ਅਸੀਂ ਤੇ ਜਦੋਂ ਤੈਨੂੰ ਵੇਖਿਆ ਸੀ ਪੇਸ਼ ਕਰਦੇ ਨੂੰ, ਤੇ ਤੇਰੀਆਂ ਜਿਹੜੀਆਂ ਜਿੰਨੀਆਂ ਵੀ ਫੋਟੋ ਆਈਆਂ ਹੱਸਦੇ ਦੀਆਂ ਆਈਆਂ ਤੇ ਅਸੀਂ ਆਖਿਆ ਟਾਰਚਰ ਵੀ ਕੀਤਾ ਹੋਣਾ, ਤੇ ਹੁਣ ਜਦੋਂ ਅਸੀਂ ਵੇਖਿਆ ਤੇ ਇਹਦੇ ਬਹੁਤ ਬੜੀ ਪੂਰੀ ਤਰੀਕੇ ਨਾਲ ਟਾਰਚਰ ਕੀਤਾ ਗਿਆ। ਜੇ ਤੁਹਾਡੀ ਮਾਂ ਰੁਕ ਵੀ ਸਕਦੀ ਹੈ ਜਿੱਦਾਂ ਨਾੜਾਂ ਤੁਸੀਂ ਕਿਹਾ ਕਿ ਨਾੜਾਂ, ਹਾਂ, ਲੇਕਿਨ ਉਹ ਡਾਕਟਰਾਂ ਨੇ ਬੜੇ ਇੰਟਰਸਟ ਦੇ ਨਾਲ ਇਲਾਜ ਕੀਤਾ ਮੇਰਾ, ਤੇ ਉਹ ਮੇਰੀ 2 ਮਹੀਨੇ ਬਾਅਦ ਜਿਹੜੀ ਬਾਂਹ ਚੱਲਣ ਲੱਗ ਪਈ। ਉਹਨਾਂ ਐਕਸਰਸਾਈਜ਼ ਵੀ ਦੱਸੀ, ਮੈਂ ਉਸ ਤਰੀਕੇ ਨਾਲ ਕਰਦਾ ਰਿਹਾ। ਹਾਂ, ਇਹ ਹੈ ਇਹਨਾਂ ਦੇ ਟਾਰਚਰ ਦਾ ਤਰੀਕਾ ਕਿ ਜਦੋਂ ਤੇ 1992-93 ਤੱਕ ਤੇ ਜਦੋਂ ਫੜਦੇ ਹੀ ਉਹਨੂੰ ਇਹ ਇੰਨੀ ਬੁਰੀ ਤਰ੍ਹਾਂ ਪਹਿਲਾਂ ਟਾਰਚਰ ਕਰਦੇ ਸੀ, ਇਲੀਗਲ ਕਸਟਡੀ ਚ ਲੈਂਦੇ ਸੀ, ਇਲੀਗਲ ਕਸਟਡੀ ਦੇ ਵਿੱਚ ਹੀ ਉਹਨੂੰ 3rd ਡਿਗਰੀ ਟਾਰਚਰ ਕਰਦੇ ਸੀ, ਤੇ ਇਲੀਗਲ ਕਸਟਡੀ ਦੇ ਵਿੱਚ ਹੀ ਉਹਨੂੰ ਰੱਖ ਕੇ ਤੇ ਉਹਦਾ ਜਾਂ ਤੇ ਝੂਠਾ ਮੁਕਾਬਲਾ ਬਣਾ ਦਿੰਦੇ ਸੀ ਤੇ ਜਾਂ ਉਹਦੀ ਲਾਸ਼ ਨੂੰ ਖੁਰਦ-ਬੁਰਦ ਕਰ ਦਿੰਦੇ। ਇੱਥੋਂ ਤੱਕ ਕਿ ਜਿਹੜਾ ਆਰਪੀ ਸਿੰਘ ਸੀ ਨਾ, ਆਰਪੀ ਸਿੰਘ ਇਹ ਸ਼ੈਣੀ ਦੇ ਬਰਾਬਰ ਦਾ ਆਈਜੀ ਸੀ ਉਦੋਂ, ਪਹਿਲਾਂ ਉਹ ਰੋਪੜ ਜ਼ਿਲ੍ਹੇ ਦਾ 1995 ਚ ਰੋਪੜ ਜ਼ਿਲ੍ਹੇ ਦਾ ਐਸਐਸਪੀ, ਉਦੋਂ ਵੀ ਉਹਨੇ ਮੈਨੂੰ ਇੰਟਰੋਗੇਟ ਕੀਤਾ ਸੀ ਬਟਾਲੇ ਆ ਕੇ। ਉਹਨੇ ਮੈਨੂੰ ਕਿਹਾ, ਆਂਦਾ ਵੀ ਤੂੰ ਖਾਲੜੇ ਦਾ ਨਾਂ ਸੁਣਿਆ? ਮੈਂ ਕਿਹਾ ਸੁਣਿਆ। ਆਂਦਾ ਤੂੰ ਖਾਲੜਾ ਬਣਨਾ ਚਾਹੁੰਦਾ? ਭਾਵ ਉਹਦਾ ਮਤਲਬ ਸੀ ਵੀ ਖਾਲੜੇ ਨੂੰ ਅਸੀਂ ਮਾਰ ਖਪਾਇਆ, ਕੋਈ ਉਹਦੀ ਉੱਗ ਸੁੱਗ ਨਹੀਂ ਨਿਕਲੀ, ਤੇਰੀ ਵੀ ਉੱਗ ਸੁੱਗ ਨਹੀਂ ਆਪਾਂ ਨਿਕਲਦੇ। ਸਾਡੀ ਗੱਲ ਹੋ ਗਈ, ਤੁਹਾਡਾ ਕਿਸੇ ਤੁਹਾਡੇ ਕਹਿੰਦੇ ਤੁਹਾਡੇ ਕਿਸੇ ਕੇਸ ਦੇ ਵਿੱਚ ਸ਼ਮੂਲੀਅਤ ਕੋਈ ਨਹੀਂ ਸੀ, ਉਹਦੇ ਬਾਵਜੂਦ ਤੁਹਾਡੇ ਤੇ ਇੰਨੇ ਕੇਸ ਫਿੱਟ ਕਰ ਦਿੱਤੇ ਗਏ। ਹਾਂ, ਤੇ ਤੁਹਾਡੇ ਤੇ ਕੋਈ ਨਾਮ ਦੀ ਵੀ ਗੱਲ ਚੱਲੀ ਸੀ, ਕੋਈ ਨਾਮ ਵੀ ਰੱਖੇ ਗਏ? ਬਿਲਕੁਲ 3 ਵਾਰੀ ਮੇਰਾ ਇਹਨਾਂ ਨੇ ਨਾਮ ਲਿਆ। ਅੱਛਾ, ਪਹਿਲੀ ਵਾਰ 1995 ਦੇ ਵਿੱਚ 10 ਲੱਖ ਤੇ 10 ਬੰਦਿਆਂ ਨੂੰ ਤਰੱਕੀ। ਦੂਜੀ ਵਾਰ ਇਹ ਆਪ ਹੀ ਦੱਸਦੇ ਆ ਕਿਉਂਕਿ ਅਖਬਾਰਾਂ 'ਚ ਵੀ ਨਾਮ ਤੇ ਅਖਬਾਰਾਂ 'ਚ ਵੀ ਆਉਂਦਾ ਹੈ ਨਾ। ਹਾਂਜੀ। ਤੇ ਦੂਜੀ ਵਾਰ ਇਹਨਾਂ ਨੇ 18 ਲੱਖ ਇਨਾਮ ਲਿਆ ਤੇ 14 ਬੰਦਿਆਂ ਨੂੰ ਤਰੱਕੀ ਦਿੱਤੀ। ਅੱਛਾ ਜੀ। ਹਾਂ, 18 ਲੱਖ ਇਨਾਮ ਤੇ 14 ਬੰਦਿਆਂ ਨੂੰ ਮੁਲਾਜ਼ਮਾਂ ਦੀ ਤਰੱਕੀ। ਅੱਛਾ। ਤੇ ਹੁਣ ਮੈਂ ਉਹ ਜਿਹੜਾ ਮੇਰੇ ਤੇ ਕੇਸ ਪਾਈ, ਮੈਂ ਉਹਨਾਂ 'ਚੋਂ ਬਰੀ ਹੋ ਗਿਆ। ਉਹ ਕੋਰਟ ਦੇ ਵਿੱਚ ਕੇਸ 2 ਰਿਕਵਰੀ ਦੇ ਕੇਸ ਇਹਨਾਂ ਮੇਰੇ ਤੇ ਪਾਏ। ਇੱਕ ਬਾਤ ਆ ਰੋਪੜ ਡਿਸਟ੍ਰਿਕਟ ਦੇ ਵਿੱਚ ਘਰਾਲੀ ਥਾਣੇ ਜਿਹੜਾ ਰੋਪੜ ਦੀ ਕੋਰਟ 'ਚ ਚੱਲਿਆ, ਤੇ ਦੂਜਾ ਬਾਤ ਆ ਇੱਥੇ ਵੈਰੋਵਾਲ ਥਾਣੇ ਦੇ ਵਿੱਚ ਜਿਹੜਾ ਤਰਨਤਾਰਨ ਦੀ ਅਦਾਲਤ ਵਿੱਚ ਚੱਲਿਆ। ਲੇਕਿਨ ਦੋਹਾਂ ਕੇਸਾਂ ਦੇ ਵਿੱਚ ਹੀ ਮੈਂ ਬਰੀ ਹੋਇਆ ਤੇ ਉਹ ਕੋਰਟ ਦੇ ਵਿੱਚ ਔਨ ਰਿਕਾਰਡ ਸਾਬਤ ਹੋ ਗਿਆ ਕਿ ਦੋਵੇਂ ਕੇਸ ਸਰਾਸਰ ਝੂਠੇ ਬਣਾਏ ਗਏ ਸੀ। ਕਿਉਂਕਿ ਸਭ ਤੋਂ ਪਹਿਲਾਂ ਕਾਰਵਾਈ ਕੀ ਹੁੰਦੀ ਹੈ ਕਿ ਡਿਸਕਲੋਜ਼ਰ ਸਟੇਟਮੈਂਟ ਲਿਖਣੀ ਹੁੰਦੀ ਆ। ਜਿਹੜਾ ਡਿਸਕਲੋਜ਼ਰ ਸਟੇਟਮੈਂਟ ਲਿਖਦਾ ਵਾ ਉਹਨੇ ਆਪਣੇ ਸਾਈਨ ਕਰਨੇ ਹੁੰਦੇ ਆ, ਉਹਦੇ ਉੱਤੇ 2 ਗਵਾਹਾਂ ਦੇ ਸਾਈਨ ਕਰਾਉਣੇ ਹੁੰਦੇ ਆ, ਤੇ ਇੱਕ ਜਿਹੜਾ ਡਿਸਕਲੋਜ਼ਰ ਸਟੇਟਮੈਂਟ ਦਿੰਦਾ ਵਾ ਜਿਹਨੂੰ ਫਰਦ ਇਨਕਸ਼ਾਫ ਕਹਿੰਦੇ ਆ ਪੰਜਾਬੀ 'ਚ, ਉਹਦੇ ਸਾਈਨ ਕਰਾਉਣੇ ਹੁੰਦੇ ਆ। ਇਹਨਾਂ ਕੀ ਕੀਤਾ ਕਿ ਮੇਰੇ ਵੀ ਸਾਈਨ ਨਕਲੀ, ਜਿੰਨੇ ਡਿਸਕਲੋਜ਼ਰ ਸਟੇਟਮੈਂਟ ਲਿਖੀ ਉਹਦੇ ਵੀ ਨਕਲੀ, ਤੇ ਜਿਹੜੇ ਗਵਾਹ ਪਾਏ ਉਹਨਾਂ ਦੇ ਵੀ ਸਾਈਨ ਨਕਲੀ ਕਰ ਲਏ। ਹਾਂ, ਇੰਨੀ ਹਨੇਰ ਕਰਦੀ। ਜਿਹੜੀ ਡਿਸਕਲੋਜ਼ਰ ਸਟੇਟਮੈਂਟ ਹੀ ਗਲਤ ਆ ਤੇ ਰਿਕਵਰੀ ਤੇ ਆਪਣੇ ਆਪ ਹੀ ਗਲਤ ਆ। ਰਿਕਵਰੀ ਵੀ ਮੈਂ ਇਹ ਇੱਕ ਪੂਰੀ ਦੁਨੀਆ ਦੇ ਨਿਆਂ ਪਸੰਦ ਲੋਕਾਂ ਨੂੰ, ਦੁਨੀਆ ਦੀਆਂ ਨਿਆਂ ਪਸੰਦ ਸਰਕਾਰਾਂ ਨੂੰ, ਤੇ ਖਾਸ ਕਰਕੇ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ ਚੀਫ ਜਸਟਿਸ ਨੂੰ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਜਿਹੜੇ ਹਥਿਆਰ ਮੇਰੇ ਉੱਤੇ ਪਾਏ ਗਏ ਉਹ ਕਿੱਥੋਂ ਆਏ, ਉਹ ਕਿਹੜੇ ਥਾਣੇ ਚੋਂ ਆਏ, ਉਹ ਕਿਹੜੇ ਪੁਲਿਸ ਮੁਲਾਜ਼ਮ ਦੇ ਕੋਲ ਸੀ, ਉਹ ਇਹਨਾਂ ਨੂੰ ਸਪਸ਼ਟ ਕਰਕੇ ਦੱਸਣਾ ਚਾਹੀਦਾ। ਇਹਦੀ ਇੱਕ
ਅਦਾਲਤੀ ਜਾਂਚ ਹੋਣੀ ਚਾਹੀਦੀ ਹੈ। ਹੁਣ ਵੇਖੋ, ਜਦੋਂ ਕੋਰਟ ਦੇ ਵਿੱਚ ਗਵਾਹੀਆਂ ਜਾ ਕੇ ਦਿੱਤੀਆਂ, ਜਿੰਨੇ ਡਿਸਕਲੋਜ਼ਰ ਸਟੇਟਮੈਂਟ ਲਿਖੀ ਉਹ ਆਂਦਾ ਮੈਂ ਨਹੀਂ ਲਿਖੀ, ਜਿੰਨੇ ਉਹਦੇ ਤੇ ਗਵਾਹੀ ਪਾਈ ਸੀ ਉਹ ਆਂਦਾ ਮੈਂ ਗਵਾਹੀ ਨਹੀਂ ਪਾਈ ਇਹਦੇ ਤੇ, ਜਿੰਨੇ ਉਹਨਾਂ ਦਾ 161 ਦਾ ਬਿਆਨ ਲਿਖਿਆ ਸੀ ਉਹ ਆਂਦਾ ਮੈਂ ਇਹਨਾਂ ਦਾ 161 ਦਾ ਬਿਆਨ ਨਹੀਂ ਲਿਖਿਆ। ਜਿਹੜੇ ਦੂਜੇ ਗਵਾਹ ਸੀ ਉਹ ਕੋਈ ਕਹਿੰਦਾ ਆਈਓ ਰੌਂਗਲੀ ਰਿਕਾਰਡਡ ਬਾਈ ਸਟੇਟਮੈਂਟ, ਤੇ ਕੋਈ ਕੁਝ ਕਹਿੰਦਾ ਤੇ ਕੋਈ ਕੁਝ ਕਹਿੰਦਾ। ਇਥੋਂ ਤੱਕ ਕਿ ਮੇਰੀ ਅਰੈਸਟ 2012 ਦੇ ਵਿੱਚ ਪਾ ਰਹੇ ਆ ਤੇ ਕਾਗਜ਼ਾਂ ਦੇ ਵਿੱਚ 2013 ਚ ਪਾ ਰਹੇ ਆ ਤੇ ਕਾਗਜ਼ਾਂ ਦੇ ਵਿੱਚ 2012 ਲਿਖਿਆ, ਤੇ ਜਾਂ ਤਰੀਕ ਦਾ ਖਾਨਾ ਖਾਲੀ ਛੱਡਿਆ। ਇੱਥੋਂ ਤੱਕ ਕਿ ਪਹਿਲਾਂ ਹੁੰਦਾ ਕੀ ਆ ਕਿ ਡਿਸਕਲੋਜ਼ਰ ਸਟੇਟਮੈਂਟ ਲਿਖੀ ਜਾਂਦੀ ਆ, ਫਿਰ ਮੌਕੇ ਤੇ ਜਾਂਦੇ ਆ, ਮੌਕੇ ਦੇ ਉੱਤੇ ਰਿਕਵਰੀ ਕਰਦੇ ਆ, ਰਿਕਵਰੀ ਦਾ ਸਾਰੀ ਜਿਹੜੀ ਰਿਕਵਰੀ ਮੀਮੋ, ਗਵਾਹਾਂ ਦੇ 161 ਦੇ ਬਿਆਨ, ਜਿਹੜੀ ਇਨਫੋਰਮੇਸ਼ਨ ਦੇਣੀ ਹੁੰਦੀ ਆ, ਇਨਫੋਰਮੇਸ਼ਨ ਟੂ ਅਰੈਸਟ ਫੈਮਿਲੀ ਨੂੰ, ਉਹ ਵੀ ਇੱਕ ਮੀਮੋ ਬਣਾਉਣੀ ਹੁੰਦੀ ਆ, ਅਰੈਸਟ ਮੀਮੋ, ਗ੍ਰਿਫਤਾਰੀ ਫਰਦ। ਲੇਕਿਨ ਉਹ ਸਾਰੀਆਂ ਦੇ ਉੱਤੇ ਜਦੋਂ ਅਜੇ FIR ਦਰਜ ਵੀ ਨਹੀਂ ਹੋਈ, ਕਿਉਂਕਿ FIR ਦਰਜ ਕਰਨ ਵਾਸਤੇ ਇੱਕ ਰੁਕਾ ਭੇਜਣਾ ਪੈਂਦਾ, ਰੁਕਾ ਥਾਣੇ ਜਾਂਦਾ, ਥਾਣੇ ਵਿੱਚ ਫਿਰ FIR ਦਰਜ ਹੁੰਦੀ ਆ, ਜਿਹੜਾ ਰੁਕਾ ਲੈ ਕੇ ਜਾਂਦਾ ਉਹ ਫਿਰ FIR ਦਾ ਨੰਬਰ ਲੈ ਕੇ ਫਿਰ ਮੌਕੇ ਤੇ ਪਹੁੰਚਦਾ ਤੇ ਉੱਥੇ ਜਾ ਕੇ ਫਿਰ FIR ਦਾ ਉਹਨਾਂ ਨੂੰ ਪਤਾ ਲੱਗਦਾ। ਲੇਕਿਨ ਜਦੋਂ ਗਵਾਹੀਆਂ ਹੋਈਆਂ ਆਉਂਦੇ ਜੀ ਅਸੀਂ ਮੌਕੇ ਦੇ ਉੱਤੇ ਸਾਰਾ ਰਿਕਾਰਡ ਤਿਆਰ ਕੀਤਾ ਸੀ, ਇੰਨੇ ਵਜੇ ਤੋਂ ਇੰਨੇ ਵਜੇ ਤੱਕ ਲੈ ਕੇ ਦਿੱਤਾ ਸੀ। FIR ਦੇ ਵਿੱਚ ਟਾਈਮ ਹੁੰਦਾ ਵੀ ਕਿੰਨੇ ਵਜੇ ਦਰਜ ਕੀਤੀ, ਜਿਹੜਾ ਰੁਕਾ ਭੇਜਦੇ ਆ ਉਹਦੇ ਉੱਤੇ ਟਾਈਮ ਹੁੰਦਾ ਵੀ ਇੰਨੇ ਵਜੇ ਭੇਜਿਆ, ਫਿਰ ਟਾਈਮ ਲੱਗਦਾ ਵੀ ਇੰਨੇ ਤੋਂ ਇੰਨੇ ਵਜੇ ਤੱਕ ਉੱਥੇ ਥਾਣੇ ਬੰਦਾ ਪਹੁੰਚ ਸਕਦਾ। ਲੇਕਿਨ ਉਹ ਸਾਰੀਆਂ ਹੀ ਗੱਲਾਂ ਜਿਹੜੀਆਂ ਗਲਤ ਸਾਬਤ ਹੋ ਗਈਆਂ ਕਿ ਜਦੋਂ FIR ਦਰਜ ਹੀ ਨਹੀਂ ਕੀਤੀ ਤੇ FIR ਦਾ ਨੰਬਰ ਉਹਨਾਂ ਕਾਗਜ਼ਾਂ 'ਚ ਕਿਵੇਂ ਆ। ਸਾਰੀਆਂ ਕਾਨੂੰਨੀ ਨੁਕਤਿਆਂ ਨੂੰ ਨਜ਼ਰਅੰਦਾਜ਼ ਕਰਕੇ ਤੁਹਾਡੇ ਨਾਲ ਇਹ ਧੱਕਾ ਬਿਲਕੁਲ ਕੀਤਾ ਗਿਆ। ਕਾਰਨ ਕੀ ਸੀ? ਕਾਰਨ ਇਹ ਕਿ ਇੱਕ ਤੇ ਮੇਰੀਆਂ ਲਿਖਤਾਂ, ਦੂਜੇ ਮੇਰੇ ਲੈਕਚਰ, ਤੇ ਤੀਜਾ ਜਿਹੜੇ ਲਾਵਾਰਸ ਤੇ ਅਣਪਛਾਤੀਆਂ ਦੇ ਲਾਸ਼ਾਂ ਦੇ ਕੇਸ ਹਨ ਉਹਨਾਂ ਦੀ ਅਸੀਂ ਪੈਰਵਾਈ ਕਰਦੇ ਹਾਂ। ਉਹਨੇ ਬਣਾ ਕੇ ਕਿੰਨੇ ਕੇਸ ਦਰਜ ਕੀਤੇ ਗਏ? ਵੇਖੋ ਹੁਣ ਤੇ ਮੈਨੂੰ ਗਿਣਤੀ ਵੀ ਭੁੱਲ ਗਈ ਆ। ਪਹਿਲਾਂ 1995 ਦੇ ਵਿੱਚ ਵੀ ਬਹੁਤ ਸਾਰੇ ਕੇਸ ਦਰਜ ਕਰ ਦਿੱਤੇ ਗਏ। ਫਿਰ 2004 ਦੇ ਵਿੱਚ ਵੀ ਮੇਰੇ ਤੇ 2 ਕੇਸ ਤੇ ਬੜੈਲ ਜੇਲ੍ਹ, ਇੱਕ ਤੇ ਜੇਲ੍ਹ ਬ੍ਰੇਕ ਕੇਸ ਪਾਤਾ, ਇੱਕ ਮੇਰੇ ਤੇ ਰਿਕਵਰੀ ਦਾ ਕੇਸ ਪਾਤਾ, ਉੱਥੇ ਜਿਹੜੇ ਪਿਸਟਲ ਜੇਲ੍ਹ ਦੇ ਲਾਗੇ ਦੱਬਿਆ ਸੀ, ਉਹਦੇ ਨਾਲ ਰਿਲੇਟ ਕਰ ਗਿਆ। ਤੀਜਾ ਇੱਕ ਮੇਰੇ ਤੇ ਸਰਹੰਦ ਪਾਤਾ ਕੇਸ। ਸਰਹੰਦ ਕਿਉਂ ਪਾਇਆ? ਕਿਉਂਕਿ ਜਿਹੜਾ ਪਿੰਕੀ ਕੈਟ ਸੀ ਨਾ, ਉਹ ਉੱਥੋਂ ਦਾ ਇੰਚਾਰਜ ਸੀ ਸਰਹੰਦ CIA ਸਟਾਫ ਸਰਹੰਦ, ਉੱਥੋਂ ਦਾ ਉਹ ਉੱਥੇ ਮੇਰਾ ਰਿਮਾਂਡ ਲੈ ਗਿਆ, ਇੱਕ ਕੇਸ ਉੱਥੇ ਪਾਤਾ। ਲੇਕਿਨ ਮੈਂ ਉਹਨਾਂ ਕੇਸਾਂ ਦੇ ਵਿੱਚੋਂ ਬਰੀ ਹੋ ਗਿਆ। ਤੇ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖ ਚੁੱਕੇ ਹੋ? ਮੈਂ ਕਿਤਾਬਾਂ ਦਾ ਵਿਸ਼ਾ ਵੇਖੋ, ਕਿਤਾਬਾਂ 3 ਕਿਤਾਬਾਂ ਤੇ ਮੇਰੀਆਂ ਪੋਇਟਰੀ ਦੀਆਂ, ਜਿਹਦਾ ਵਿਸ਼ਾ ਪਹਿਲੀ ਕਿਤਾਬ ਹੈਗੀ ਹੈ ਲਲਕਾਰ। ਭਾਈ ਸੰਤ ਜਰਨੈਲ ਸਿੰਘ ਨੇ ਕੌਮ ਨੂੰ ਲਲਕਾਰਿਆ ਵੀ ਸਾਡੇ ਉੱਤੇ ਜ਼ੁਲਮ ਹੋ ਰਿਹਾ, ਸਾਡੇ ਨਾਲ ਅਨਿਆਂ ਹੋ ਰਿਹਾ, ਸਾਡੇ ਨਾਲ ਧੱਕੇਸ਼ਾਹੀ ਹੋ ਰਹੀ, ਸਾਡੇ ਹੱਕਾਂ ਨੂੰ ਖੋਇਆ ਜਾ ਰਿਹਾ ਵਾ ਤੇ ਸਾਡੇ ਤੇ ਹਮਲੇ ਹੋ ਰਹੇ ਨੇ। ਉਹਨਾਂ ਕੌਮ ਨੂੰ ਲਲਕਾਰਿਆ, ਉਹਦਾ ਨਾਂ ਲਲਕਾਰ, ਉਹਦੇ ਵਿੱਚ ਉਸ ਤਰ੍ਹਾਂ ਦੀਆਂ ਕਵਿਤਾਵਾਂ ਨੇ। ਦੂਜਾ ਫਿਰ ਪਾਂਧੀ, ਕਿ ਉਹ ਸੰਤ ਜਰਨੈਲ ਸਿੰਘ ਦੀ ਲਲਕਾਰ ਨੂੰ ਪ੍ਰਵਾਨ ਕਰਦਿਆਂ ਹੋਇਆਂ ਸਿੱਖ ਨੌਜਵਾਨੀ ਜਿਹੜੀ ਆ ਉਹ ਆਪਣੀ ਮੰਜ਼ਿਲ ਦੇ ਪਾਂਧੀ ਬਣ ਕੇ, ਜਿਨ੍ਹਾਂ ਦਾ ਨਿਸ਼ਾਨਾ ਆਜ਼ਾਦੀ ਸੀ, ਉਹ ਮੰਜ਼ਿਲ ਦੇ ਉੱਤੇ ਤੁਰ ਪਏ ਕਿ ਨਿਸ਼ਾਨਾ ਪ੍ਰਾਪਤ ਕਰਨਾ। ਤੀਜੀ ਕਿਤਾਬ ਫਿਰ ਤਾਂਡਵ ਨਾਚ। ਭਾਈ ਜਿਹੜੇ ਤੁਰੇ ਉਹਨਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਿਸ ਤਰ੍ਹਾਂ ਖੋ ਕੇ ਪੁਲਿਸ ਨੇ ਜ਼ੁਲਮੋ ਸਿਤਮ ਦਾ ਨਿਸ਼ਾਨਾ ਬਣਾ ਕੇ ਮਾਰ ਮੁਕਾਇਆ, ਉਹ ਸਾਰੀ ਉਹਦੇ ਵਿੱਚ ਆ। ਫਿਰ ਇੱਕ ਹੈਗਾ ਖਾਲਿਸਤਾਨ ਦਾ ਪੈਂਡਾ, ਉਹ ਇੱਕ ਨਾਵਲ ਦੇ ਰੂਪ ਵਿੱਚ ਜਿਹੜੀ ਸਹੀ ਹਿਸਟਰੀ ਆ, ਜੋ 1984 ਤੋਂ ਲੈ ਕੇ ਜਦੋਂ ਤੱਕ ਮੈਂ ਲਿਖਿਆ, ਉਹਦਾ ਪਹਿਲਾ ਭਾਗ ਛਪ ਚੁੱਕਾ ਤੇ ਦੂਜਾ ਜਿਹੜਾ ਉਹ ਭਾਈ ਛਪਣ ਵਾਲਾ। ਫਿਰ ਮੈਂ ਸੰਤ ਜਰਨੈਲ ਸਿੰਘ ਦੇ ਲੈਕਚਰ ਲਿਖੇ ਸਿੰਘ ਗਰਜ ਕਿਤਾਬ ਦੇ ਨਾਂ ਥੱਲੇ। ਫਿਰ ਪੰਥਕ ਦਸਤਾਵੇਜ਼ ਇਕੱਠੇ ਕੀਤੇ, ਜਿੰਨੇ ਵੀ ਪੰਥਕ ਦਸਤਾਵੇਜ਼ ਸਨ 1967 ਤੋਂ ਲੈ ਕੇ, ਉਹ 1967 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ, ਉਹਦੀ ਇੱਕ ਜਿਲਦ ਅਜੇ ਛਪੀ ਆ ਤੇ ਬਾਕੀ ਜਿਲਦਾਂ ਸਾਡੇ ਕੋਲ ਤਿਆਰ ਨੇ, ਉਹ ਵੀ ਜਦੋਂ ਮੌਕਾ ਲੱਗਾ ਛਪਾ ਦਿਆਂਗੇ। ਤੇ ਇੱਕ ਪੰਥਕ ਮਸਲੇ, ਫਿਰ ਸਰਬੱਤ ਖਾਲਸਾ, ਹਾਂ ਇਸ ਤਰ੍ਹਾਂ ਇਹ 12-13 ਦੇ ਕਰੀਬ ਕਿਤਾਬਾਂ। ਇੱਕ ਸ਼ਹਾਦਤ ਦਾ ਸੱਚ,
ਵੀ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਕਿਵੇਂ ਹੋਈ ਤੇ ਉਹਦੇ ਤੇ ਪਰਦਾਪੋਸ਼ ਕਿਵੇਂ ਕੀਤੀ ਗਈ, ਇਹ ਅਫਵਾਹ ਕਿਉਂ ਫੈਲਾਈ ਗਈ ਕਿ ਸੰਤ ਜਰਨੈਲ ਸਿੰਘ। ਚਲੋ ਇਹ ਸਵਾਲ ਵੱਲ ਵੀ ਆਵਾਂਗੇ, ਇਹ ਪੰਥ ਤੇ ਗ੍ਰੰਥ ਦੀ ਕੀ ਪਰਿਭਾਸ਼ਾ ਹੈ ਜੀ? ਵੇਖੋ, ਪੰਥ ਤੇ ਗ੍ਰੰਥ ਦੀ ਉਹੋ ਜਿਹੀ ਸੁਮੇਲਤਾ ਵਾ ਜਿਸ ਤਰ੍ਹਾਂ ਸਰੀਰ ਦੀ ਤੇ ਆਤਮਾ। ਗ੍ਰੰਥ ਆਤਮਾ ਵਾ ਤੇ ਪੰਥ ਸਰੀਰ ਆ। ਗੁਰੂ ਮਹਾਰਾਜ ਨੇ ਦਸਮ ਪਾਤਸ਼ਾਹ ਨੇ ਗਰਿਆਈ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਦਿੱਤੀ ਆ। ਪੰਥ ਨੇ ਗ੍ਰੰਥ ਦੀ, ਗੁਰੂ ਗ੍ਰੰਥ ਦੀ ਤਾਬਿਆ ਰਹਿਣਾ ਤੇ ਪਹਿਰੇਦਾਰੀ ਕਰਨੀ। ਠੀਕ ਹੈ। ਤੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲਸਫਾ ਵਾ, ਉਹਦੀ ਵਿਚਾਰਧਾਰਾ ਵਾ, ਉਹਦੇ ਉਪਦੇਸ਼ ਨੇ, ਉਹਨਾਂ ਨੂੰ ਲੁਕਾਈ ਤੱਕ ਪੰਥ ਨੇ ਪਹੁੰਚਾਉਣਾ। ਇਹ ਆ ਗ੍ਰੰਥ ਤੇ ਪੰਥ ਦੀ ਸੁਮੇਲਤਾ। ਤੇ ਇਹ ਰਾਜ ਕਰੇਗਾ ਖਾਲਸਾ ਦਾ ਕਨਸੈਪਟ ਕੀ ਹੈ? ਵੇਖੋ, ਰਾਜ ਕਰੇਗਾ ਖਾਲਸਾ ਦਾ ਸੰਕਲਪ ਇਹ ਹੈ ਕਿ ਅਜਿਹਾ ਰਾਜ, ਖਾਲਸਾ ਅਕਾਲ ਪੁਰਖ ਦੀ ਫੌਜ ਹੈ ਤੇ ਗੁਰਬਾਣੀ ਦੇ ਵਿੱਚ ਹਰ ਸਮਾਨ ਨਹੀਂ ਕਬੂਲ ਆ ਜਾ ਬਈ ਅਸ ਇਹ ਭੂਵਤ ਦਿਵਸ 4 ਕੇ ਜਿਹੜੇ ਇਹ ਰਾਜੇ ਆ ਨਾ, ਇਹ 4 ਦਿਨ ਦੇ ਨੇ, ਆਏ ਤੇ ਗਏ। 4 ਦਿਨ ਦੇ ਮਤਲਬ ਹੈ ਕਿ ਆਏ ਤੇ ਗਏ। ਤੇ ਖਾਲਸਾ ਅਕਾਲ ਪੁਰਖ ਕੀ ਫੌਜ, ਖਾਲਸਾ ਅਕਾਲ ਪੁਰਖ ਦੀ ਫੌਜ ਆ ਤੇ ਖਾਲਸੇ ਨੇ ਅਜਿਹਾ ਰਾਜ ਦੇਣਾ ਵਾ ਜਿਹਦੀ ਰੂਪ ਰੇਖਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤੇ ਦਸਮ ਪਾਤਸ਼ਾਹ ਦੇ ਫਰਮਾਨਾਂ ਵਿੱਚ ਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆ, ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਦੇ ਜਾਣਦਾ, ਸਭ ਸੁਖਾਲੀ ਬੁਠੀਆ ਇਹ ਹੋਆ ਹਲੇਮੀ ਰਾਜ ਜੀਓ। ਤੇ ਭਗਤ ਬਾਣੀ ਵਿੱਚ ਆ, ਭਗਤ ਬਾਣੀ ਦੇ ਵਿੱਚ ਬੇਗਮਪੁਰਾ ਸ਼ਹਿਰ ਕੋ ਨਾਮ, ਪਰ ਜਿੱਥੇ ਕਿਸੇ ਨੂੰ ਕੋਈ ਗਾਮ ਹੀ ਨਹੀਂ ਤੇ ਜਿੱਥੇ ਸਾਰਿਆਂ ਨਾਲ ਹਲੀਮੀ ਵਾਲਾ ਵਰਤਾਓ ਹੋਏ, ਇਹ ਰੇਖਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਤੇ ਦਸਮ ਪਾਤਸ਼ਾਹ ਨੇ ਫਿਰ ਵਰ ਦੇ ਦਿੱਤਾ ਕਿ ਰਾਜ ਕਰੇਗਾ ਖਾਲਸਾ, ਭਾਵ ਨੇ ਰਾਜ ਕਰਨਾ ਹੀ। ਤੇ ਇਸ ਕਰਕੇ ਜਿਹੜੇ ਇਹ ਲੋਕ ਕਹਿੰਦੇ ਨੇ ਕਿ ਰਾਜ ਹੋ ਨਹੀਂ ਸਕਦਾ, ਉਹਨਾਂ ਨੂੰ ਗੁਰੂ ਮਹਾਰਾਜ ਨੇ ਖੁਦ ਹੀ ਜਵਾਬ ਦਿੱਤਾ। ਤੇ ਹਰ ਸਿੱਖ ਦੋਨੋਂ ਵਕਤ ਦੀ ਅਰਦਾਸ ਦੇ ਵਿੱਚ ਬੁਲੰਦ ਆਵਾਜ਼ ਵਿੱਚ ਪੜਦਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਆਕੀ ਦਾ ਮਤਲਬ ਕੀ ਆ? ਆਕੜ ਖਾਂ। ਜਿਹੜੇ ਜ਼ਾਲਮ ਨੇ, ਨਿਰਦਈ ਨੇ, ਲੁਟੇਰੇ ਨੇ, ਜਿਹੜੇ ਮੱਖੀ ਚੂਸ ਨੇ, ਲੋਕਾਂ ਦੀ ਕਿਰਤ ਲੁੱਟਣ ਵਾਲੇ ਨੇ, ਉਹਨਾਂ ਦੀ ਕੋਈ, ਕਿਉਂਕਿ ਹਾਂ ਜਿਹੜੇ ਕੋਹਾਂ ਦੂਰ ਨੇ, ਉਹਨਾਂ ਨੂੰ ਕੀ ਕਿਹਾ ਕਿ ਭਾਰੇ ਹੋਏ ਅਕਿਰਤ ਕਾ ਮੰਦੀ ਹੋ ਮੰਦੇ। ਇਹ ਮੰਦੀ ਤੋਂ ਮੰਦੇ ਨੇ, ਕਿਰਤ ਕਾ ਨੇ। ਤੇ ਅਜਿਹਾ ਰਾਜ ਜਿੱਥੇ ਨਾ ਕੋਈ ਜ਼ਾਲਮ ਜ਼ੁਲਮ ਕਰ ਸਕੇ, ਨਾ ਕਿਸੇ ਨੂੰ ਮਜ਼ਲੂਮ ਬਣਨਾ, ਨਾ ਕੋਈ ਲੁਟੇਰਾ ਕਿਸੇ ਨੂੰ ਲੁੱਟੇ ਤੇ ਨਾ ਕੋਈ ਲੁੱਟਿਆ ਹੀ ਜਾਏ, ਨਾ ਕੋਈ ਬਹੁਤ ਅਮੀਰ ਸ਼ਾਹੂਕਾਰ ਹੀ ਹੋਏ ਤੇ ਨਾ ਕਿਸੇ ਨੂੰ ਗਰੀਬ ਹੀ ਖਵਾਉਣਾ ਹੋਏ। ਜਿੱਥੇ ਊਚ ਨੀਚ, ਜਾਤ ਭੇਦ, ਭਿੰਨ ਭੇਦ ਜਿੰਨੇ ਵੀ ਹੈਗੇ ਨੇ, ਉਹ ਸਾਰੇ ਖਤਮ ਕਰਕੇ ਤੇ ਸਾਰਿਆਂ ਨੂੰ ਆਪਣੀ ਜ਼ਿੰਦਗੀ ਦੇ ਜੀਵਨ ਦੇ ਵਿਕਾਸ ਦੇ ਬਰਾਬਰ ਮੌਕੇ ਮਿਲਣ। ਜਿੱਥੇ ਧਰਤੀ ਨੂੰ ਧਰਮਸਾਲ, ਇਹ ਧਰਤੀ ਧਰਮਸਾਲ ਆ, ਕਬੀਰ ਧਰਤੀ ਸਾਧਕੀ, ਜਿਹਨੂੰ ਤਸਕਰ ਵੈਸੇ ਗਾਹੇ, ਇਹਦੇ ਉੱਤੇ ਤਸਕਰਾਂ ਨੇ ਕਬਜ਼ਾ ਕੀਤਾ ਵਾ। ਇਹ ਸਾਰੇ ਜਿਹੜੇ ਇਹ ਭੂਗਤ ਦਿਵਸ 4 ਕੇ ਇਹ ਤਸਕਰ ਨੇ, ਇਹਨਾਂ ਨੇ ਲੋਕਾਂ ਨੂੰ ਛਲਾਵੇ ਚ ਲੈ ਕੇ ਇਹ ਆਪਣਾ ਕਬਜ਼ਾ ਜਮਾਇਆ ਵਾ। ਲੇਕਿਨ ਜਿਹੜਾ ਖਾਲਸਾ ਰਾਜ ਆ, ਉਹ ਇੱਕ ਦੁਨੀਆ ਦੇ ਵਿੱਚ ਰੋਲ ਮਾਡਲ ਹੋਏਗਾ ਕਿ ਦੁਨੀਆ ਵੇਖੇਗੀ ਕਿ ਹਾਂ ਇਹੋ ਜਿਹਾ ਹੀ ਰਾਜ ਆ। ਹੁਣ ਜਿਵੇਂ ਤਾਰ ਖਾਤਾ ਨਾ ਸਿੱਖਾਂ ਨੇ, ਆਪਾਂ ਕਰੋਨਾ ਮਹਾਮਾਰੀ ਦੇ ਵਿੱਚ ਸਿੱਖਾਂ ਨੇ ਆਪਣਾ ਉੱਚ ਕਰਦਾਰ ਵਿਖਾ ਕੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪ੍ਰੈਕਟੀਕਲ ਕਰਕੇ ਵਿਖਾ ਕੇ ਦੱਸ ਦਿੱਤਾ ਕਿ ਸਿੱਖ ਇਹੋ ਜਿਹਾ ਵਾ, ਰਾਜ ਭਾਗ ਤੋਂ ਹੀਣਾ ਹੋਣ ਦੇ ਬਾਵਜੂਦ ਵੀ ਉਹ ਲੋਕਾਂ ਦਾ ਸਰਬੱਤ ਦਾ ਭਲਾ ਇਹੋ ਜਿਹਾ ਚਾਹੁੰਦਾ ਵਾ। ਤੇ ਜੇ ਇਹਦਾ ਰਾਜ ਭਾਗ ਹੋ ਗਿਆ ਤੇ ਫਿਰ ਕਿਉਂ ਨਹੀਂ? ਇਹ ਲੈਕ ਆਫ ਲੀਡਰਸ਼ਿਪ ਆ ਕਿ ਬੜੇ ਮੌਕੇ ਆਏ ਸਿੱਖਾਂ ਨੂੰ, ਪਰਮਾਤਮਾ ਨੇ ਬੜੇ ਮੌਕੇ ਬਖਸ਼ੇ, ਦੁਨੀਆ ਨੇ ਬੜਾ ਸਨਮਾਨ ਕੀਤਾ, ਲੇਕਿਨ ਜਿਹੜੀ ਨਾ ਇਹ ਲੀਡਰਸ਼ਿਪ ਸੀ, ਉਹਦੇ ਕਾਰਨ ਸਿੱਖ ਕੌਮ ਸਾਰੇ ਮੌਕੇ ਗਵਾ। ਜਿਹੜਾ ਤੁਸੀਂ ਮਤਲਬ ਬੜੇ ਦਾਅਵੇ ਨਾਲ ਇਹਦੇ ਬਾਰੇ ਦੱਸਿਆ ਕਿ ਮੌਜੂਦਾ ਜਿਹੜਾ ਇਸ ਵੇਲੇ ਦੌਰ ਚੱਲ ਰਿਹਾ, ਇਹਦੇ ਵਿੱਚ ਸਿੱਖੀ ਦੀ ਤੁਸੀਂ ਕਿੱਥੇ ਇਹਨਾਂ ਦੀ ਵੇਖਦੇ ਜੀ, ਇਹਨਾਂ ਦੀ ਦਸ਼ਾ ਕੀ ਹੈ, ਕਿੱਥੇ ਖੜੇ ਦੇ ਰਹੇ ਆ ਸਿੱਖਾਂ ਨੂੰ ਤੇ ਇਹਨਾਂ ਦੇ ਲੀਡਰਾਂ ਦਾ? ਵੇਖੋ, ਜਿਹੜੀ ਲੀਡਰਸ਼ਿਪ ਆ, ਹੁਣ ਵੇਖੋ ਸਰਕਾਰ ਨੇ
ਸਿੱਖਾਂ ਨੂੰ ਦੁਸ਼ਮਣ ਕਰਾਰ ਦੇ 1984 ਦਾ ਦਰਬਾਰ ਸਾਹਿਬ ਤੇ ਹਮਲਾ ਕੀਤਾ, ਹਾਂਜੀ ਜਿਹਨੂੰ ਆਪਾਂ ਲੋਕ ਆਮ ਬਲੂ ਸਟਾਰ ਆਪਰੇਸ਼ਨ, ਉਹ ਨਾਂ ਸਰਕਾਰ ਨੇ ਰੱਖਿਆ, ਸਰਕਾਰ ਨੇ ਆਪਰੇਸ਼ਨ ਦਾ ਨਾਮ ਰੱਖਿਆ, ਉਹਨੇ ਆਪਰੇਸ਼ਨ ਦਾ ਨਾਂ ਰੱਖਿਆ। ਪਰ ਜਿਹੜਾ ਇਹ ਆ ਘੱਲੂ ਘਾਰਾ, ਤੇ ਘੱਲੂ ਘਾਰਾ ਉਹਨਾਂ ਨੇ ਮਿੱਥ ਕੇ ਕੀਤਾ, ਜਿਹਦੇ ਵਿੱਚ ਉਹਨਾਂ ਨੇ ਪਹਿਲਾਂ ਸਾਜ਼ਿਸ਼ ਰਚੀ, ਤੇ ਉਹ ਸਾਜ਼ਿਸ਼ ਰਚ ਕੇ ਤੇ ਘੱਲੂ ਘਾਰਾ ਕੀਤਾ। ਇਹ ਕਿੱਥੇ ਹਮਲਾ ਸੀ? ਸਿੱਖਾਂ ਦੇ ਦਿਲ ਦੇ ਉੱਤੇ ਹਮਲਾ ਸੀ, ਕਿਉਂਕਿ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਸਿੱਖਾਂ ਦਾ ਦਿਲ ਆ, ਤੇ ਅਕਾਲ ਤਖਤ ਸਾਹਿਬ ਮੇਰੀ ਪੀਰੀ ਸਮੇਲਤਾ ਦਾ ਸਥਾਨ ਆ। ਉਹ ਕੱਲ ਉਦੋਂ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕੀਤਾ, ਤੇ ਬਾਅਦ ਵਿੱਚ ਉਹ ਜਿਹੜਾ ਹਮਲਾ ਜਿਉਂ ਤਿਉਂ ਜਾਰੀ ਆ, ਪੈਂਤੜਾ ਬਦਲ ਕੇ ਉਹਦੇ ਵਾਸਤੇ ਸਰਕਾਰ ਨੇ ਕਈ ਤਰ੍ਹਾਂ ਦੀ ਨੀਤੀ ਘੜੀ, ਉਹ ਨੀਤੀ ਨੂੰ ਲਾਗੂ ਕੀਤਾ, ਅਜੇ ਤੱਕ ਸਾਡੇ ਤੇ ਲਾਗੂ ਕੀਤਾ ਜਾ ਰਿਹਾ ਵਾ। ਜਦੋਂ ਉਹਦਾ ਸਵਾਲ ਪੁੱਛੋਗੇ ਉਹ ਵੀ ਮੈਂ ਵਿਆਖਿਆ ਕਰਾਂ। ਲੇਕਿਨ ਜਿਹੜਾ ਐਸ ਤੁਸੀਂ ਆਖਿਆ ਦਿਸ਼ਾ ਤੇ ਦਸ਼ਾ ਕੀ ਆ, ਨਿਰਾਸ਼ਾਜਨਕ ਦਸ਼ਾ ਵਾ ਅੱਜ ਸਿੱਖ ਕੌਮ ਦੀ, ਕਿਉਂਕਿ ਨਾ ਇਹ ਲੀਡਰਸ਼ਿਪ ਰਾਜਨੀਤਿਕ ਖੇਤਰ 'ਚ, ਧਾਰਮਿਕ ਖੇਤਰ ਦੇ ਵਿੱਚ ਸਥਾਪਿਤ ਹੋ ਚੁੱਕੀ ਆ, ਜਿਹਦੇ ਵਿੱਚ ਧਾਰਮਿਕ ਖੇਤਰ ਦੇ ਵਿੱਚ ਗਿਆਨੀ ਗੁਰਬਚਨ ਸਿੰਘ ਬਾਰੇ, ਜਿਹੜੇ ਸਿਆਸਤਦਾਨਾਂ ਦਾ ਹੁਕਮ ਮੰਨ ਕੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਦੇ ਆ ਸੱਚਾ ਸੌਦੇ ਨੂੰ ਮਾਫ ਕਰਨ ਦੇ ਵਾਸਤੇ, ਲੇਕਿਨ ਸਿੱਖ ਕੌਮ ਨੇ ਜਜ਼ਬਾ ਦਿਖਾਇਆ, ਲੋਹ ਦਿਖਾਇਆ। ਹੁਣ ਜਿਹੜੀ ਸਿਆਸੀ ਖੇਤਰ ਤੇ ਧਾਰਮਿਕ ਖੇਤਰ ਦੇ ਵਿੱਚ ਲੀਡਰਸ਼ਿਪ ਕਾਰਨ ਜਿਹੜੀ ਦਸ਼ਾ ਵਾ, ਉਹ ਬਹੁਤ ਹੀ ਨਿਰਾਸ਼ਾਜਨਕ ਆ। ਲੇਕਿਨ ਕੌਮ ਦੇ ਵਿੱਚ ਜਿਹੜਾ ਜਜ਼ਬਾ ਵਾ, ਖਾਲਸਾਈ ਜਜ਼ਬਾ ਵਾ, ਉਹ ਜਿਉਂ ਤਿਉਂ ਬਰਕਰਾਰ ਆ, ਜਿਹਦਾ ਦਿਖਾਵਾ ਸਿੱਖ ਕੌਮ ਸਮੇਂ ਕੀਤਾ ਵਾ। ਇਸ ਦੌਰ ਦੇ ਵਿੱਚ ਵੀ ਪਹਿਲੀ ਵਾਰ ਕਦੋਂ ਕੀਤਾ? ਜਦੋਂ 89 ਦੀ ਇਲੈਕਸ਼ਨ ਦੇ ਵਿੱਚ, ਜਦੋਂ ਸਿਮਰਨਜੀਤ ਸਿੰਘ ਮਾਨ ਤੇ ਬਾਕੀ ਸਾਰੇ ਜਿਤਾਏ ਤੇ ਬਾਕੀਆਂ ਨੂੰ ਹੁੰਡਾ ਫੇਰ ਦਿੱਤਾ। ਉਸ ਤੋਂ ਬਾਅਦ 92 ਦੇ ਬਾਈਕਾਟ ਵਿੱਚ ਪੂਰਨ ਬਾਈਕਾਟ ਹੋਇਆ, ਇੱਥੋਂ ਤੱਕ ਕਿ ਅਸੈਂਬਲੀ ਮੈਂਬਰ ਇੱਕ ਪੰਚਾਇਤ ਦੀਆਂ ਵੋਟਾਂ ਤੋਂ ਵੀ ਘੱਟ ਵੋਟਾਂ ਲੈ ਕੇ ਬਣ ਗਏ, ਕਿਉਂਕਿ ਬਾਈਕਾਟ ਸੀ। ਉਸ ਤੋਂ ਬਾਅਦ ਜਦੋਂ ਜੁਝਾਰੂ ਦੌਰ ਦੇ ਵਿੱਚ ਜਿਹੜਾ ਵੀ ਸੱਦਾ ਜੁਝਾਰੂਆਂ ਨੇ ਦਿੱਤਾ, ਜੇ ਬੰਦ ਦਾ ਸੱਦਾ ਦਿੱਤਾ, ਤੇ ਸਾਰੇ ਜਦੋਂ ਡੀਜੀਪੀ ਸਾਰੇ ਜ਼ਿਲ੍ਹਾ ਮੁਖੀਆਂ ਪੁਲਿਸ ਮੁਖੀਆਂ ਦੀ ਮੀਟਿੰਗ ਬੁਲਾਉਂਦਾ ਸੀ ਬੰਦ ਦੇ ਸੱਦੇ ਨੂੰ ਵੇਖ ਕੇ, ਤੇ ਪੁੱਛਿਆ ਸਵਾਲ ਕਰਦਾ ਸੀ, ਮੈਂ ਇਹ ਪੁਲਿਸ ਵਾਲਿਆਂ ਨੂੰ ਦੱਸਿਆ, ਮੈਂ ਕਿਹਾ ਤੁਹਾਡਾ ਜਵਾਬ ਹੁੰਦਾ ਸੀ, ਸਾਰੇ ਵੱਡੇ ਪੁਲਿਸ ਅਫਸਰ ਆਈਜੀ ਤੋਂ ਵੀ ਉੱਤੇ ਰੈਂਕ ਦੇ, ਜਿਹੜੇ ਏਡੀਜੀਪੀ ਵੀ ਆਇਆ, ਮੈਂ ਕਿਹਾ ਤੁਹਾਡਾ ਜਵਾਬ ਕੀ ਹੁੰਦਾ ਸੀ ਜਦੋਂ ਡੀਜੀਪੀ ਪੁੱਛਦਾ ਸੀ ਕਿ ਕੱਲ ਕੀ ਹੋਏਗਾ, ਤੁਸੀਂ ਇੱਕ ਆਵਾਜ਼ ਹੋ ਕੇ ਦੱਸਦੇ ਹੋ ਕੱਲ ਬੰਦ ਹੋਏਗਾ। ਉਹਦਾ ਮਤਲਬ ਕੀ ਕਿ ਜੁਝਾਰੂਆਂ ਨੇ ਸਿੱਖ ਕੌਮ ਤੇ ਖਾ ਕਰਕੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ। ਉਹ ਰਾਜ ਖਾਲਸੇ ਦਾ ਰਾਜ ਸੀ, ਜਿੱਥੇ ਕਿਸੇ ਨੂੰ ਵੀ ਕੋਈ ਕਿਸੇ ਕਿਸਮ ਦੀ ਤਕਲੀਫ ਨਹੀਂ, ਜਿਹੜੀ ਸਮਾਜ ਦੀਆਂ ਸਾਰੀਆਂ ਕੁਰੀਤੀਆਂ ਨੂੰ ਦੂਰ ਕਰ ਦਿੱਤਾ ਗਿਆ ਹੈ, ਲੋਕ ਸੁਖੀ ਵਸਦੇ ਸੀ। ਸੋ ਉਹ ਜਿਹੜਾ ਅੱਜ ਦਸ਼ਾ ਵੀ ਨਿਰਾਸ਼ਾਜਨਕ ਹੈ ਤੇ ਦਿਸ਼ਾ ਦੇਣ ਵਾਲਾ ਕੋਈ ਨਹੀਂ। ਲੋੜ ਇਸ ਵਕਤ ਇਹ ਆ ਕਿ ਕੌਮ ਦੀ ਨਿਰਾਸ਼ਾਜਨਕ ਦਸ਼ਾ ਨੂੰ ਸਵਾਰਨ ਵਾਸਤੇ, ਨਿਰਾਸ਼ਾਜਨਕ ਸਥਿਤੀ ਨੂੰ ਦੂਰ ਕਰਨ ਵਾਸਤੇ ਕੌਮ ਨੂੰ ਦਿਸ਼ਾ ਦਿੱਤੀ ਜਾਵੇ, ਤੇ ਉਹ ਦਿਸ਼ਾ ਦੇਣ ਵਾਸਤੇ ਕਦਮ ਕੀ ਚੁੱਕਣੇ ਚਾਹੀਦੇ ਨੇ ਕਿ ਸਭ ਤੋਂ ਪਹਿਲਾਂ ਮੇਰੀ ਪੀਰੀ ਦੀ ਸਮੇਲਤਾ ਵਾਲਾ ਇੱਕ ਰਾਜਨੀਤਿਕ ਮੰਚ ਹੋਵੇ, ਜਿੱਥੇ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਵਿਧੀ ਜਿਹੜੀ ਆ, ਚੋਣ ਵਿਧੀ ਆ ਜਿਹੜੀ, ਜਿਵੇਂ ਗੁਰੂ ਮਹਾਰਾਜ ਨੇ ਗੁਰਿਆਈ ਬਖਸ਼ਣ ਸਮੇਂ ਜਿਹੜੀ ਵਿਧੀ ਅਪਣਾਈ, ਦਸਮ ਪਾਤਸ਼ਾਹ ਨੇ ਖਾਲਸਾ ਦੀ ਸਾਜਣਾ ਵਕਤ ਜਿਹੜੀ ਵਿਧੀ ਅਪਣਾਈ, ਉਹ ਵਿਧੀ ਕੀ ਹੀ? ਯੋਗਤਾ, ਸੇਵਾ ਤੇ ਕੁਰਬਾਨੀ, ਉਹ ਉਹਨਾਂ ਨੂੰ ਮੁੱਖ ਰੱਖ ਕੇ। ਇਸੇ ਤਰ੍ਹਾਂ ਹੀ ਜੇ ਅਸੀਂ ਪਿੰਡ ਪੱਧਰ ਤੋਂ ਲੈ ਕੇ ਪਹਿਲਾਂ ਸਾਡਾ ਮੇਰੀ ਪੀਰੀ ਦੀ ਸਮੇਲਤਾ ਵਾਲਾ ਸਿਆਸੀ ਮੰਚ ਹੋਵੇ, ਤੇ ਉਹਨੂੰ ਪਿੰਡ ਪੱਧਰ ਤੋਂ ਸ਼ੁਰੂ ਕਰਕੇ ਪਹਿਲੀ ਕਾਰਵਾਈ ਜਿਹੜੀ ਆ ਉੱਪਰੋਂ ਠਾਹ ਨੂੰ ਆਏ, ਤੇ ਫਿਰ ਜਿਹੜਾ ਉਹਦਾ ਅਗਲਾ ਪੜਾਅ ਆ ਉਹ ਥੱਲਿਓਂ ਜਦੋਂ ਉੱਪਰ ਨੂੰ ਚੱਲ ਜਾਏਗੀ ਤੇ ਉਹ ਯੋਗ ਲੀਡਰਸ਼ਿਪ ਨਿਕਲ ਆਵੇਗੀ। ਜਿਵੇਂ ਅਸੀਂ ਪਿੰਡ ਦੀ ਪੰਚਾਇਤ ਇੱਕ ਸਿਲੈਕਟ ਕਰ ਲਈਏ, ਸਿਲੈਕਸ਼ਨ ਪ੍ਰਣਾਲੀ ਹੈ ਸਾਡੀ, ਇਲੈਕਸ਼ਨ ਪ੍ਰਣਾਲੀ ਵੋਟਾਂ ਵਾਲੀ ਪ੍ਰਣਾਲੀ ਨਹੀਂ ਹੈ ਗੁਰੂ ਮਹਾਰਾਜ ਨੇ ਜਿਹੜੀ ਬਖਸ਼ੀ। ਨਹੀਂ, ਜੇ ਇੱਕ ਨਿਰਪੱਖਤਾ ਦੇ ਨਾਲ ਧੜੇਬੰਦੀ ਤੋਂ ਮੁਕਤ ਹੋ ਕੇ
ਆਪਣੇ ਇਹ ਡੈਮੋਕ੍ਰੇਸੀ ਦੇ ਦੌਰ ਦੇ ਵਿੱਚ ਅਸੀਂ ਉਹ ਸਿਲੈਕਸ਼ਨ ਵਾਲੀ ਜਿਹੜੀ ਨੀਤੀ ਆ ਉਹਨੂੰ ਕਿਸ ਤਰ੍ਹਾਂ ਆਪਾਂ apply ਕਰ ਸਕਦੇ ਹਾਂ? ਤੁਹਾਡਾ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੀ ਸੰਦੇਸ਼ ਹੈ? ਵੇਖੋ, ਨੌਜਵਾਨਾਂ ਨੂੰ ਤੇ ਮੇਰੀ ਇਹ ਅਪੀਲ ਆ, ਸੰਦੇਸ਼ ਤੇ ਕੋਈ ਪੰਥ ਦੀ ਜਿਹੜੀ ਸਰਮੌਰ ਸ਼ਖਸੀਅਤ ਆ ਜਿਹਨੂੰ ਅਧਿਕਾਰ ਆ ਸੰਦੇਸ਼ ਤੇ ਹੁਕਮਨਾਮਾ ਉਹ ਹੀ ਜਾਰੀ ਕਰ ਸਕਦਾ, ਅਕਾਲ ਤਖਤ ਦਾ ਜਥੇਦਾਰ ਹੀ। ਪੰਜ ਪ੍ਰਧਾਨੀ ਪੰਚਾਇਤ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅਕਾਲ ਤਖਤ ਸਾਹਿਬ ਦੇ ਸਾਹਮਣੇ। ਲੇਕਿਨ ਮੈਂ ਤੇ ਇੱਕ ਬੇਨਤੀ ਕਰਾਂਗਾ, ਅਪੀਲ ਕਰਾਂਗਾ ਨੌਜਵਾਨਾਂ ਨੂੰ ਕਿ ਸਰਕਾਰ ਦੀ ਨੌਜਵਾਨੀ ਬਾਰੇ ਸਿੱਖ ਕੌਮ ਨੂੰ ਦੁਸ਼ਮਣ ਸਮਝ ਕੇ ਜੋ ਨੀਤੀ ਬਣਾਈ ਗਈ ਆ, ਉਹ ਨੀਤੀ ਨੂੰ ਫੇਲ ਕਰ ਦਿਓ। ਉਹ ਨੀਤੀ ਕੀ ਆ? ਉਹ ਨੀਤੀ ਹੈ ਨੌਜਵਾਨੀ ਨੂੰ ਨਸ਼ਿਆਂ ਵਿੱਚ ਡੋਬ ਦੇਣਾ, ਨੌਜਵਾਨੀ ਨੂੰ ਪਤਤ ਪੁਣੇ ਦੇ ਵਿੱਚ ਫਸਾਉਣ ਵਾਸਤੇ ਉਤਸ਼ਾਹਿਤ ਕਰਨਾ, ਅਸ਼ਲੀਲਤਾ ਵਿੱਚ ਫਸਾ ਦੇਣਾ ਤੇ ਉਹਨਾਂ ਨੂੰ ਰੁਜ਼ਗਾਰ ਰਹਿਤ ਕਰ ਦੇਣਾ। ਇਹੋ ਜਿਹੀ ਪਾਲਿਸੀ ਕਿਰਾਏ ਪਾਉਣ। ਉਹ ਕਿਰਾਏ ਪਏ ਨੌਜਵਾਨ ਨੇ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਸਮਰਪਿਤ ਹੋ ਕੇ ਤੇ ਰਾਹ ਪੈਣ, ਤੇ ਰਾਹ ਪੈ ਕੇ ਉਹ ਕੌਮ ਦਾ ਝੰਡਾ ਚਲਾਉਣ ਵਾਸਤੇ ਉਹ ਮੰਜ਼ਿਲ ਦੇ ਪਾਂਧੀ ਬਣ, ਜਿਹੜੀ ਮੰਜ਼ਿਲ ਦੀ ਰੂਪ ਰੇਖਾ ਗੁਰਬਾਣੀ ਦੇ ਵਿੱਚ ਆ ਤੇ ਜਿਹਦੇ ਵਾਸਤੇ ਦਸਮ ਪਾਤਸ਼ਾਹ ਨੇ ਸਾਨੂੰ ਵਰ ਬਖਸ਼ਿਆ, ਰਾਜ ਕਰੇਗਾ ਖਾਲਸਾ, ਉਹ ਪ੍ਰਾਪਤ ਕਰ। ਇਹ ਸਾਰੇ ਦਰਮਿਆਨ ਦੀ ਵਿਸ਼ੇ ਵਿੱਚ ਗੱਲ ਕੀਤੀ ਸੀ ਕਿ ਸੰਤ ਜਗਲਾਲ ਸਿੰਘ ਭਿੰਡਰਾਂਵਾਲੇ ਦੀ ਸ਼ਹੀਦੀ ਨੂੰ ਪੋਸ਼ ਪਾਇਆ ਗਿਆ, ਉਹਦੇ ਬਾਰੇ ਤੁਸੀਂ ਹਾਂ, ਕੀ ਕਹਿਣਾ ਚਾਹੋਗੇ? ਇਹ ਇੱਕ ਬਹੁਤ ਵਧੀਆ ਤੁਸੀਂ ਸਵਾਲ ਕੀਤਾ। ਇਹਦੇ ਵਾਸਤੇ ਮੈਂ ਵਿਸਥਾਰ ਸਹਿਤ ਇੱਕ ਸ਼ਹਾਦਤ ਦਾ ਸੱਚ ਮੇਰਾ ਆਰਟੀਕਲ ਆ, ਜਿਹੜਾ ਸ਼ਹੀਦ ਬਲਾਸ ਸੰਤ ਜਰਨੈਲ ਸਿੰਘ, ਜਿਹੜਾ ਅਸੀਂ 2002 ਵਿੱਚ ਕਿਤਾਬ ਜਿਹੜੀ ਆ ਸੰਤ ਜਰਨੈਲ ਸਿੰਘ ਦੀ ਅਕਾਲ ਤਖਤ ਸਾਹਿਬ ਦੇ ਉੱਤੇ ਸ਼ਹੀਦੀ ਦਿਹਾੜੇ ਦੀ ਅਰਦਾਸ ਕਰਕੇ ਤੇ ਉਹ ਕਿਤਾਬ ਰਿਲੀਜ਼ ਕੀਤੀ। ਉਹਦੇ ਚ ਵਿਸਥਾਰ ਨਾਲ ਉਹ ਸਾਰੇ ਦੱਸੇ ਗਿਆ। ਲੇਕਿਨ ਮੁੱਖ ਕਾਰਨ ਕੀ ਸੀ? ਇੱਕ ਤੇ ਸੀ ਕਿ ਕੌਮ ਦੇ ਵਿੱਚ ਕੌਮ ਦੀ ਖਾਸ ਸੀ ਕਿ ਸੰਤ ਇਸ ਘੱਲੂ ਘਾਰੇ ਵਿੱਚੋਂ ਬਚ ਕੇ ਨਿਕਲ ਗਏ ਹੋਣ। ਦੂਜਾ, ਅਕਾਲੀ ਦਲ ਦੀ ਕੀ ਪਾਲਿਸੀ ਸੀ ਕਿ ਉਹ ਇਹ ਕਰਨਾ ਚਾਹੁੰਦੇ ਸੀ ਕਿ ਸੰਤ ਮਾਵਾਂ ਦੇ ਪੁੱਤ ਮਰਵਾ ਕੇ ਤੇ ਆਪ ਬਚ ਕੇ ਨਿਕਲ ਗਿਆ ਤੇ ਲੋਕੇ ਬਹਿ ਗਿਆ ਕਿਤੇ। ਤੇ ਉਹ ਇਹ ਆਂਦੇ ਵੀ ਸਾਡੇ ਜਿਹੜੇ ਫੜੇ ਗਏ ਆ, ਜਿਨ੍ਹਾਂ ਨੇ ਸਰੈਂਡਰ ਕਰ ਦਿੱਤਾ ਸੀ, ਜਿਨ੍ਹਾਂ ਨੂੰ ਇੱਕ ਸਾਜ਼ ਦੇ ਤਹਿਤ ਇੱਕ ਦਿਖਾਵਾ ਕੀਤਾ ਗਿਆ ਹੈ ਕਿ ਉਹਨਾਂ ਨੂੰ ਅਰੈਸਟ ਕਰ ਲਿਆ, ਕੌੜਾ ਲੌਂਗੋਵਾਲ, ਇਹੋ ਜਿਹੇ ਲੀਡਰ ਸੀ ਜਿਹੜੇ ਹਾਂ, ਤੇ ਉਹਨਾਂ ਨੇ ਤੇ ਆ ਜਾਣਾ ਤੇ ਅਸੀਂ ਆਖਾਂਗੇ ਤੇ ਫੇਰ ਆਣ ਕੇ ਤੇ ਇਹ ਕੌਮ ਦੇ ਵਿੱਚ ਵਿਚਰ ਰਹੇ ਜੇ, ਕੌਮ ਦੀ ਅਗਵਾਈ ਕਰ ਰਹੇ ਆ, ਤੇ ਉਹ ਮਾਵਾਂ ਦੇ ਪੁੱਤ ਮਰਵਾ ਕੇ ਤੇ ਲੋਕ ਕੇ ਬਹਿ ਗਿਆ। ਤੀਜਾ ਸਰਕਾਰ ਦੀ ਕੀ ਨੀਤੀ ਸੀ ਕਿ ਸਰਕਾਰ ਜਿਸ ਸੰਤ ਨੇ ਵੇਖਿਆ ਕਿ ਸੰਤ ਜਰਨੈਲ ਸਿੰਘ ਬਾਰੇ ਸਿੱਖ ਕੌਮ ਦੇ ਵਿੱਚ ਇੰਨਾ ਕੁ ਉਹਨਾਂ ਦਾ ਪ੍ਰਭਾਵ ਬਣ ਗਿਆ, ਇੰਨਾ ਕੁ ਉਹਨਾਂ ਦਾ ਸਤਿਕਾਰ ਬਣ ਗਿਆ ਕਿ ਉਹਨਾਂ ਦੇ ਕਹਿਣ ਦੇ ਉੱਤੇ ਇਹ ਆਪਣੀਆਂ ਜਾਨਾਂ ਮਾਰਨ ਵਾਸਤੇ ਵੀ ਤਿਆਰ ਹੋ ਗਿਆ ਤੇ ਹੁਣ ਵੀ ਤਿਆਰ ਹੋਣਗੇ। ਤੇ ਇਹ ਇੱਕ ਗੱਲ ਨੂੰ ਠੰਡੀ ਪਾਤਾ ਜਾਏ ਤੇ ਇਹ ਪ੍ਰਚਾਰ ਦਿੱਤਾ ਜਾਏ ਕਿ ਸੰਤ ਜਦੋਂ ਹੁਕਮ ਕਰਨਗੇ ਅਗਲਾ ਹੁਕਮ ਤੇ ਫੇਰ ਤੁਸੀਂ ਕੁਝ ਕਰਨਾ। ਇਹ ਤਿੰਨ ਕਾਰਨ ਸਨ। ਬਿਲਕੁਲ ਖੜੋਤ ਲਿਆਉਣ ਦੇ ਯਤਨ ਦੇ ਨਾਲ ਹੀ ਜਿਸ ਸੰਸਥਾ ਦੇ ਵਿੱਚ ਸੰਤ ਜਰਨੈਲ ਸਿੰਘ ਨੇ, ਜਿਸ ਸੰਸਥਾ ਦੇ ਵਿੱਚੋਂ ਕੌਮ ਦੇ ਸਨਮੁਖ ਹੋ ਕੇ ਮੇਰਾ ਇੱਕ ਸਵਾਲ ਹੈ ਇੱਕ ਚੌੜਾ ਸਾਹਿਬ ਨੂੰ, ਜਿਹੜੀ ਗੱਲ ਕਹਿ ਰਹੇ ਸੰਤਾਂ ਦੇ ਉੱਤੇ, ਪਰ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਇਹਦੇ ਵਿੱਚ ਆਪਾਂ ਸਾਰੇ ਜਿਹੜਾ ਦੋਸ਼ ਦੇ ਰਹੇ ਹਾਂ ਸਟੇਟ ਨੂੰ ਜਾਂ ਕਿ ਭਿੰਡਰਾਂਵਾਲੇ ਦੀ ਜਿਹੜੀ ਸ਼ਹੀਦੀ ਉਹਨੂੰ ਛੁਪਾਇਆ ਗਿਆ, ਉਹਦੇ ਪਿੱਛੇ ਜਿਹੜੇ ਤੁਸੀਂ ਕਾਰਨ ਦੱਸਦੇ ਆ ਮੈਂ ਸੁਣ ਰਿਹਾ ਸੀ, ਤੇ ਜਦੋਂ ਜਿਹੜੇ ਅਗਲੇ ਜਿਹੜੇ ਕਾਰਜਕਾਰੀ ਮੁਖੀ ਸੀ ਜਾਂ ਜਿਹਨੂੰ ਬਾਬਾ ਠਾਕੁਰ ਸਿੰਘ ਜੀ ਜਿਹੜੇ, ਉਹਨਾਂ ਨੇ ਵੀ ਮਤਲਬ ਇਹਦੇ ਬਾਰੇ ਕੋਈ ਖੁੱਲ ਕੇ ਨਹੀਂ ਦੱਸਿਆ ਆਪਣੇ ਅਖੀਰਲੇ ਸਮੇਂ ਤੱਕ। ਉਸ ਤੋਂ ਬਾਅਦ ਉਹਦਾ ਫਿਰ ਕਾਰਨ ਤੁਹਾਡੇ ਸਾਹਮਣੇ ਹੀ ਨਜ਼ਰ ਆਇਆ, ਜਿਹੜਾ ਬਾਅਦ ਚ ਉਸ ਤੋਂ ਬਾਅਦ ਜਿਹੜਾ ਗੱਦੀ ਅੱਗੇ ਜਿਹੜੀ ਸੀ ਉਹਨਾਂ ਨੂੰ ਤਾਜ ਕੀਤੀ ਗਈ ਆ, ਪੱਗ ਦਿੱਤੀ ਗਈ ਜਿਹੜੀ। ਵੇਖੋ, ਬਾਬਾ ਠਾਕਰ ਸਿੰਘ ਨੇ ਜਦੋਂ ਮਹਿਤਾ ਚੌਂਕ ਵਿੱਚ ਘੱਲੂ ਘਾਰੇ ਤੋਂ ਬਾਅਦ ਅਖੰਡ ਪਾਠ ਰਖਾਇਆ, ਉਹਦੀ ਜਿਹੜੀ ਆਰੰਭ ਦੀ ਅਰਦਾਸ ਸੀ ਉਹ ਸੰਤਾਂ ਦੀ ਸ਼ਹੀਦੀ ਦੀ ਕੀਤੀ ਗਈ। ਲੇਕਿਨ ਉਸ ਤੋਂ ਬਾਅਦ ਏਜੰਸੀਆਂ ਨੇ ਐਸੇ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਕਿ ਉਹਨਾਂ ਨੂੰ ਅਹਿਸਾਸ ਕਰਾਤਾ ਕਿ ਸੰਤ ਨਿਕਲ ਗਏ। ਉਹ ਜੇ ਉਹ ਤੁਸੀਂ ਪੁੱਛਣਾ ਚਾਹੋ ਮੈਂ ਦੱਸ ਸਕਣਾ, ਲੇਕਿਨ ਉਹ ਇਹ ਗੱਲ ਨੂੰ ਉਹਨਾਂ ਨੇ ਇੱਕ ਵਾਰੀ ਮੰਨ ਲਿਆ ਕਿ ਸੰਤ ਜਿਹੜੇ ਆ ਉਹ ਚੜ੍ਹਦੀ ਕਲਾ ਚ। ਮੇਰੇ ਨਾਲ ਵੀ ਗੱਲ ਹੋਈ ਜਦੋਂ ਆਪਾਂ 1990 ਦੇ ਵਿੱਚ ਇੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਵਾਸਤੇ ਸੰਤ ਜਰਨੈਲ ਸਿੰਘ ਦਾ ਨਾਂ ਚੁਣਿਆ ਸੀ।
ਨਾ ਸੰਤ ਜਨਰਲ ਨਰਿੰਦਰ ਸਿੰਘ ਦਾ ਨਾਂ ਚੁਣਿਆ ਸੀ। ਸਾਰੀ ਕੌਮ ਉੱਤੇ ਸਹਿਮਤ ਹੋ ਗਈ। ਸਭ ਤੋਂ ਪਹਿਲੀ ਸਹਿਮਤੀ ਬਾਬਾ ਠਾਕਰ ਸਿੰਘ ਨੇ ਦਿੱਤੀ ਔਰ ਮੈਂ ਜੁਝਾਰੂਆਂ ਵੱਲੋਂ ਗੱਲਬਾਤ ਕਰਨ ਵਾਸਤੇ ਬਾਬਾ ਠਾਕਰ ਸਿੰਘ ਕੋਲ ਗਿਆ। ਲੇਕਿਨ ਜਦੋਂ ਉਹ ਗੱਲ ਸਾਰਿਆਂ ਨੇ ਪ੍ਰਵਾਨਗੀ ਦੇ ਦਿੱਤੀ ਤੇ ਉਹ ਫਿਰ ਉਹਦੇ ਉੱਤੇ ਬਾਬਾ ਠਾਕਰ ਸਿੰਘ ਨੇ ਨਾ ਕਰ ਦਿੱਤੀ ਵੀ ਇਹ ਨਹੀਂ ਮਨਜ਼ੂਰ, ਤੇ ਉਹਨੂੰ ਵੀ ਇਸ ਮੂਵ ਨੂੰ ਵੀ ਫੇਲ ਕਰਨ ਵਾਸਤੇ ਯਤਨ ਕੀਤਾ ਗਿਆ ਤੇ ਉੱਥੇ ਗੱਲ ਹੋਈ। ਮੈਨੂੰ ਬਾਬਾ ਠਾਕਰ ਸਿੰਘ ਨੇ ਕਿਹਾ ਕਿ ਇਹ ਕੰਮ ਤੁਸੀਂ ਨਹੀਂ ਕਰ ਸਕਦੇ, ਇਹ ਮਹਾਂਪੁਰਸ਼ ਆਣ ਕੇ ਕਰਨਗੇ ਤੇ ਬਹੁਤਾ ਸਮਾਂ ਨਹੀਂ ਲੱਗੇਗਾ, 4-6 ਮਹੀਨੇ ਦੀ ਗੱਲ ਆ। ਤੇ ਉਹ 4-6 ਮਹੀਨੇ ਨੂੰ ਇਹਨਾਂ ਨੇ ਬਾਅਦ ਵਿੱਚ ਇੱਕ ਫੈਸਲਾ ਕੀਤਾ ਕਿ ਦਿਨ ਨਿਸ਼ਚਿਤ ਕਰ ਲਿਆ ਜਾਏ ਕਿ ਇੰਨੀ ਤਰੀਕ ਤੱਕ ਜੇ ਸੰਤ ਜਰਨੈਲ ਸਿੰਘ ਆ ਜਾਣ ਤੇ ਫਿਰ ਇੱਕ ਇਧਰ ਪਿੰਡਿਆ ਗੁਰਦਾਸਪੁਰ ਦੇ ਵਿੱਚ ਉੱਥੋਂ ਦਾ ਇੱਕ ਸਿੰਘ ਸੀ ਵੀ ਜੇ ਜਿਹਦੇ ਆ ਜਾਣ ਤੇ ਫਿਰ ਉਹਦਾ ਸਿਰ ਵੱਢਿਆ ਜਾਏਗਾ, ਤੇ ਜੇ ਜਿਉਂਦੇ ਨਾ ਆਉਣ ਇੰਨੀ ਤਰੀਕ ਤੱਕ ਤੇ ਫਿਰ ਭਾਈ ਮੋਹਕਮ ਸਿੰਘ ਦਾ ਸਿਰ ਵੱਢਿਆ ਜਾਏਗਾ, ਤੇ ਸਿਰ ਅਕਾਲ ਤਖਤ ਦੇ ਸਨਮੁਖ ਵੱਢਿਆ ਜਾਏਗਾ ਤੇ ਵੱਢਣ ਦੀ ਜਿਹੜੀ ਸੇਵਾ ਵਾ ਉਹ ਭਾਈ ਮਲਕੀਅਤ ਸਿੰਘ ਕਰ ਰਹੀ। ਅੱਛਾ, ਇਹ ਫੈਸਲਾ ਕਿਤੇ ਦਮਦਮੀ ਟਕਸਾਲ ਬਹਿ ਕੇ ਹੋਇਆ? ਹਾਂ, ਇਹ ਦਮਦਮੀ ਟਕਸਾਲ ਨੇ ਫੈਸਲਾ ਕੀਤਾ ਵੀ ਇੱਕ ਦਿਨ ਨਿਸ਼ਚਿਤ ਕਰ ਲਈਏ ਭਾਈ ਜੇ ਤਾਂ ਇੰਨੀ ਤਰੀਕ ਤੱਕ ਆ ਜਾਣ ਤੇ ਮੰਨ ਲਾਂਗੇ, ਕਿਉਂਕਿ 2 ਵਿਚਾਰਧਾਰਾਂ ਚੱਲਦੀਆਂ ਨੇ ਭਾਈ, ਇੱਕ ਕਹਿੰਦੇ ਚੜ੍ਹਦੀ ਕਲਾ ਜਾਂ ਦੂਜੇ ਨਹੀਂ। ਲੇਕਿਨ ਉਹ ਜਿਹੜਾ ਦਿਨ ਨਿਸ਼ਚਿਤ ਕੀਤਾ ਹੈ ਨਾ, ਮੈਂ ਤੇ ਮੇਰੇ ਨਾਲ ਅਕਾਲ ਫਾਊਂਡੇਸ਼ਨ ਦੇ ਜਨਰਲ ਸਕੱਤਰ ਨੇ ਦੱਸਿਆ ਗਿਆ ਚੇਚੇ ਤੌਰ ਤੇ ਆਏ, ਅੱਗੇ ਆ ਕੇ ਵੇਖਿਆ ਤੇ ਇੱਥੇ ਕੁਝ ਵੀ ਨਹੀਂ। ਤੇ ਹਾਂ ਆਪ ਵੀ ਗੁੰਮਰਾਹ ਹੋਏ ਤੇ ਕੌਮ ਨੇ ਬੜਾ ਹਾਂ, ਅਸਲੀਅਤ ਇਹ ਗੱਲ ਆ ਕਿ ਸੰਤ ਬਾਬਾ ਠਾਕਰ ਸਿੰਘ ਨੂੰ ਇਹ ਅਹਿਸਾਸ ਕਰਾ ਦਿੱਤਾ ਗਿਆ ਸੀ ਕਿ ਸੰਤ ਜਰਨੈਲ ਸਿੰਘ ਚੜ੍ਹਦੀ ਕਲਾ 'ਚ ਨੇ, ਤੇ ਇੱਥੋਂ ਤੱਕ ਕਿ ਉਹਨਾਂ ਨੂੰ ਇਹ ਵੀ ਕਿਹਾ ਗਿਆ, ਮੈਂ ਤੇ ਕਿਉਂਕਿ ਸਾਰੀ ਲਿਖੀ ਆ ਨਾ ਇਹ ਕਹਾਣੀ, ਸਾਰੀ ਇੰਟਰਵਿਊ ਲੈ ਕੇ ਸਾਰਿਆਂ ਦੀ, ਭਾਈ ਉਹਨਾਂ ਦੇ ਕੋਲ ਇਹ ਸੁਨਾਹ ਭੇਜਿਆ ਗਿਆ ਕਿ ਆਹ ਲਓ ਜੀ ਸੰਤ ਬਾਬਾ ਜੀ ਸੰਤ ਜਰਨੈਲ ਸਿੰਘ ਨੇ 51 ਰੁਪਏ ਭੇਜੇ ਆ, ਇਹਨੂੰ ਗੋਲਕ 'ਚ ਪਾ ਦਿਓ, ਕਦੀ ਗੋਲਕ ਨਹੀਂ ਮੁੱਕੇਗੀ, ਤੇ ਇੰਨੇ ਕਛਹਿਰੇ ਤੇ ਚੋਲੇ ਤਿਆਰ ਸੰਤਾਂ ਨੇ ਮੰਗਾਇਆ ਉਹ ਤਿਆਰ ਕਰਾ ਕੇ ਦੇ ਦਿਓ। ਤੇ ਸੰਤ ਜਿਹੜੇ ਆ ਇੰਨੀ ਤਰੀਕ ਤੱਕ ਕਰਤਾਰਪੁਰ ਸਨ, ਫਿਰ ਨਨਕਾਣਾ ਸਾਹਿਬ, ਫਿਰ ਇਥੋਂ ਤੱਕ ਕਿ ਖਬਰਾਂ ਲਾ ਦਿੱਤੀਆਂ ਗਈਆਂ, ਜਗਬਾਣੀ ਅਖਬਾਰ ਦੇ ਵਿੱਚ ਆ ਗਈ, ਹੋਰ ਅਖਬਾਰਾਂ 'ਚ ਆ ਗਈਆਂ ਕਿ ਸੰਤ ਜਿਹੜੇ ਆ ਉਹ ਨਿਕਲ ਗਏ ਨੇ ਤੇ ਇੰਨੀ ਤਰੀਕ ਨੂੰ ਪਾਕਿਸਤਾਨ ਉਹਨਾਂ ਨੂੰ ਵਿਖਾ ਲੇਗਾ। ਇਹ ਸਾਰੀਆਂ ਫਵਾਵਾਂ ਹੀ। ਫੌਜੀ ਗਏ ਉਹਦੇ ਕੋਲ ਸੰਤ ਜਰਨੈਲ ਸਿੰਘ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਦੇ ਕੋਲ, ਤੇ ਉਹ ਉੱਥੇ ਜਾ ਕੇ ਕਹਿ ਕੇ ਆਏ ਉਸੇ ਦੌਰਾਨ ਜਦੋਂ ਘੱਲੂਘਾਰਾ ਭਈ ਅਸੀਂ ਸੰਤਾਂ ਨੂੰ ਨਗਾਤਾ ਵਾ। ਹਾਂ, ਤੇ ਤਿੰਨਾਂ ਨੇ ਹੀ ਆਪੋ ਆਪਣੇ ਮੰਤਵ ਨੂੰ ਹਾਸਲ ਕਰਨ ਵਾਸਤੇ ਸਰਕਾਰ ਨੇ ਆਪਣੀ ਨੀਤੀ ਵਰਤੀ, ਅਕਾਲੀ ਦਲ ਨੇ ਆਪਣੀ ਨੀਤੀ ਵਰਤੀ, ਤੇ ਪੂਰੀ ਸਿੱਖ ਕੌਮ ਦੇ ਵਿੱਚ ਇੱਕ ਖਾਸ ਸੀ, ਇੱਕ ਉਹਨਾਂ ਦਾ ਜਜ਼ਬਾ ਹੀ ਕਿ ਸੰਤ ਚੜ੍ਹਦੀ ਕਲਾ ਵਿੱਚ ਹੋਣ। ਇਹ ਸਾਰੇ ਕਸ਼ਮਕਸ਼ ਦੇ ਵਿੱਚ ਦਮਦਮੀ ਟਕਸਾਲ ਦਾ ਕੀ ਰੋਲ ਜਿੱਦਾਂ ਹਰ ਬੰਦੇ ਨੇ ਆਪਣੇ ਪੂਰਤੀ ਲਈ ਕੀਤਾ ਸਾਰਾ ਕੁਝ, ਤੇ ਦਮਦਮੀ ਟਕਸਾਲ ਦਾ ਕੀ ਸਟੈਂਡ ਸੀ ਉਹਨਾਂ ਨੇ ਕੀ ਕੀਤਾ? ਨਹੀਂ, ਦਮਦਮੀ ਟਕਸਾਲ ਤੇ ਮੁਖੀ ਜਦੋਂ ਬਾਬਾ ਠਾਕਰ ਸਿੰਘ ਬਣ ਗਏ, ਬਾਬਾ ਠਾਕਰ ਸਿੰਘ ਨੂੰ ਅਹਿਸਾਸ ਕਰਾ ਦਿੱਤਾ ਗਿਆ ਕਿ ਉਹ ਚੜ੍ਹਦੀ ਕਲਾ ਉਹ ਆਪਣੇ ਉਹ ਉਸੇ ਹੀ ਸਟੈਂਡ ਦੇ ਉੱਤੇ ਖੜੇ ਰਹੇ। ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਚੜ੍ਹਾਈ ਕਰ ਗਏ ਤੇ ਜਦੋਂ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਏ, ਇਹਨਾਂ ਨੇ ਫਿਰ ਐਲਾਨ ਕਰਤਾ ਵੀ ਉਹ ਸ਼ਹੀਦ ਨੇ। ਇਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਦੀ ਕੀ ਮਜਬੂਰੀ ਸੀ ਮੈਨੂੰ ਨਹੀਂ ਪਤਾ, ਲੇਕਿਨ ਮੈਂ ਸੰਤਾਂ ਨੂੰ ਸ਼ਹੀਦ ਐਲਾਨ। ਤੇ ਆਪਣੇ ਨਾਲਾ ਸਾਹਿਬ ਦੀ ਅਜੇ ਤੱਕ ਵੀ ਕੀ ਨਹੀਂ, ਉਹ ਅਜੇ ਵੀ ਇਹਨਾਂ ਨੂੰ ਦੇਖੋ ਅੱਜ ਨਾਲਾ ਸਾਹਿਬ ਜਿਹੜੇ ਨੇ ਬੜੇ ਸ਼ਰਧਾਵਾਨ ਨੇ, ਉਹ ਵੀ ਉਸ ਗੱਲ ਦੇ ਵਿੱਚ ਉਦੋਂ ਹੀ ਪ੍ਰਵਾਨ ਕਰਦੇ ਆ ਕਿ ਉਹ ਚੜ੍ਹਦੀ ਕਲਾ, ਉਹ ਵੀ ਮੰਨਦੇ ਆ ਕਿ ਸੰਤ ਚੜ੍ਹਦੀ ਕਲਾ। ਉਹ ਕਹਿ ਰਹੇ ਬਾਕੀ ਚਲੋ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ, ਉਹਨਾਂ ਦੀ ਕੀ ਮਜਬੂਰੀ ਆ ਜਾਂ ਸ਼ਰਤਾਂ ਕੀ ਕਹਿ ਲਿਆ ਜਾਵੇ? ਉਹਨਾਂ ਦੀ ਸ਼ਰਧਾ ਹੀ ਕਹਿ ਸਕਦੇ ਹਾਂ, ਉਹਨਾਂ ਦੀ ਸ਼ਰਧਾ। ਚੌੜਾ ਸਾਹਿਬ ਇਹ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਕੋਈ ਚੀਜ਼। ਚੌੜਾ ਸਾਹਿਬ ਇੱਕ ਗੱਲ ਹੋਰ ਸੀ, ਜਿਹੜਾ ਹੁਣ ਅੱਜ ਦੀ ਡੇਟ ਦੇ ਵਿੱਚ ਸਾਰੀਆਂ ਆਪਾਂ ਸਾਰੇ ਕਹਿ ਦਿੰਦੇ ਆ ਕਿ ਛੇਤੀ ਗੱਲ ਖਤਮ ਕਰਨੀ ਜੇ ਮਤਲਬ ਬੰਦ ਹੋ ਚੱਲਿਆ ਫੋਨ ਜੀ। ਸਾਰੀ ਤੁਹਾਡੀ ਨਾ ਫੋਟੋ ਰੋਟੇਟ ਕਰ ਗਈ ਭਾਜੀ। ਹੈਲੋ, ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਪਰ ਅਸੀਂ ਤਾਂ ਬੜੇ ਨਾਦਾਨ ਹਾਂ, ਬੜੇ ਨਾ ਸ਼ੁਕਰੇ ਹਾਂ। ਜਦੋਂ ਦੁੱਖ ਆਂਦਾ ਤਾਂ ਅੜ ਜੇ ਜਾਂਦੇ ਹਾਂ, ਸੁੱਖ ਆਂਦਾ
ਤਾਂ ਭਟਕ ਜਾਂਦੇ ਹਾਂ। ਪਤਾ ਨਹੀਂ ਉਹ ਕਿਹੜਾ ਵੇਲਾ ਹੈ ਜਦੋਂ ਅਸੀਂ ਉਸ ਪਰਵਰਦਿਗਾਰ ਨਾਲ, ਉਸ ਖੁਦਾ ਦੇ ਨਾਲ, ਉਸ ਰੱਬ ਦੇ ਨਾਲ ਜੁੜਦੇ ਹਾਂ। ਪਰ ਜੇ ਕਿਤੇ ਇੱਕ ਵਾਰੀ ਸਾਡੀ ਤਾਰ ਜੁੜ ਜਾਵੇ ਨਾ, ਤਾਂ ਸੱਚੀ ਕਹਾਂ ਇਹ ਦੁੱਖ ਸੁੱਖ ਕਿਸੇ ਦਾ ਵੀ ਅਹਿਸਾਸ ਨਾ ਰਹੇ। ਹਮੇਸ਼ਾ ਅਸੀਂ ਖੁਸ਼ ਰਹੀਏ ਤੇ ਖੁਸ਼ ਰੱਖੀਏ। ਜਿਹੜੀ ਮੌਜੂਦਾ ਇਸ ਵੇਲੇ ਆ ਉਹਦੇ ਵਿੱਚ ਆਪਾਂ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਕਿ ਸਟੇਟ ਦੀ ਆ ਪਾਲਿਸੀ ਆ ਜਾਂ ਬਾਹਰੋਂ ਸਰਕਾਰਾਂ ਚਾਹੁੰਦੀਆਂ ਨੇ, ਪਰ ਇਸ ਵੇਲੇ ਜਿਹੜੀ ਪੰਥ ਦੇ ਵਿੱਚ ਦਫਾੜ ਹੋਇਆ ਪਿਆ ਵਾ, ਕੋਈ ਅਮਰੀਕ ਜਿਹੜਾ ਅਜਨਾਲਾ ਵਾ ਉਹ ਆਪਣਾ ਇੱਕ ਜਥੇਦਾਰ ਆ, ਜਾਂ ਕੋਈ ਹਵਾਰੇ ਨੂੰ ਮੰਨੀ ਜਾਂਦਾ ਜਥੇਦਾਰ, ਜਾਂ ਕੋਈ ਆਪਣੇ ਹਰਪ੍ਰੀਤ ਸਿੰਘ ਇਸ ਵੇਲੇ ਅਕਾਲ ਤਖਤ ਜਥੇਦਾਰ ਆ, ਇਵੇਂ ਟਕਸਾਲ ਇੱਕ ਬੰਨੇ ਆ, ਢੰਡਰੀਆਂ ਵਾਲਾ ਦੂਜੇ ਬੰਨੇ ਆ, ਜਾਂ ਮਿਸ਼ਨਰੀ ਕੁਛ ਕਹੀ ਜਾਂਦੇ ਆ। ਤੇ ਸਾਰਾ ਕੁਝ ਜਿਹੜਾ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ, ਤਾਂ ਦਸਮ ਗ੍ਰੰਥ ਬਾਰੇ ਬੜਾ ਵਿਵਾਦ ਆ, ਨਾਨਕਸ਼ਾਹੀ ਕੈਲੰਡਰ ਬਾਰੇ ਬੜਾ ਵਿਵਾਦ ਆ, ਪੰਥ ਦੇ ਵਿੱਚ ਹੀ ਕਿੰਨਾ ਕੁਝ ਪਿਆ ਹੋਇਆ ਖਲਾਰਾ। ਇਹਦੇ ਬਾਰੇ ਕੀ ਕਹਿਣਾ ਚਾਹੋਗੇ, ਕੀ ਹੱਲ ਹੈਗਾ? ਦੇਖੋ, ਹਾਂ, ਇਹ ਬਹੁਤ ਵਧੀਆ ਤੁਸੀਂ ਸਵਾਲ ਕੀਤਾ। ਅਸਲ ਵਿੱਚ ਜਿਹੜੀ ਸਟੇਟ ਪਾਲਿਸੀ ਸੀ ਸਿੱਖਾਂ ਨੂੰ ਦੁਸ਼ਮਣ ਕਰਾਰ ਦੇ ਕੇ ਇੰਡੀਆ ਸਟੇਟ ਨੇ ਬਣਾਈ, ਉਹਦਾ ਹੀ ਇੱਕ ਹਿੱਸਾ ਸੀ ਕਿ ਸਿੱਖਾਂ ਨੂੰ ਵਿਵਾਦਤ ਮੁੱਦਿਆਂ 'ਚ ਫਸਾ ਦੇਣਾ। ਉਹ ਛਲਾਵੇ 'ਚ ਆ ਕੇ ਸਾਰੇ ਵਿਵਾਦਤ ਮੁੱਦਿਆਂ 'ਚ ਫਸ ਗਏ ਆ, ਜਦੋਂ ਕਿ ਜਿੰਨੇ ਇਹ ਵਿਵਾਦ ਤੇ ਵਖਰੇਵੇਂ ਸਿੱਖ ਕੌਮ ਦੇ ਵਿੱਚ ਗੁਰੂ ਕਾਲ ਤੋਂ ਥੋੜਾ ਚਿਰ ਬਾਅਦ ਹੀ ਚੱਲਣ ਡੈ ਪਏ ਸੀ, ਤੇ ਸਿੱਖਾਂ ਨੇ ਉਹਨਾਂ ਦਾ ਬੜੇ ਵਧੀਆ ਤਰੀਕੇ ਦੇ ਨਾਲ ਗੁਰਮਤਿ ਅਨੁਸਾਰ ਨਿਪਟਾਰਾ ਕੀਤਾ ਵਾ। ਗੁਰੂ ਕਾਲ ਨੇ ਕਰਾਉਣੇ ਕਹਿ ਸਕਦੇ ਜੀ। ਤੇ ਉਹ ਜਿਹੜੇ ਵਿਵਾਦਤ ਮੁੱਦੇ ਆ ਉਹਨਾਂ ਨੂੰ ਸਰਕਾਰ ਨੇ ਨੀਤੀ ਕੀ ਬਣਾਈ ਸੀ ਕਿ ਇੱਕ ਤੇ ਸਿੱਖਾਂ ਨੂੰ ਵਿਵਾਦਤ ਮੁੱਦਿਆਂ 'ਚ ਫਸਾ ਦਿਓ, ਆਪੋ ਚ ਲੜਦੇ ਰਹਿਣ। ਦੂਜਾ, ਇੱਥੇ ਨਸ਼ਿਆਂ ਦਾ ਹਾਰ ਵਹਾ ਦਿਓ, ਨੌਜਵਾਨੀ ਨਸ਼ਿਆਂ 'ਚ ਡੁੱਬ ਜਾਏ। ਪਤਤ ਪੁਣੇ ਨੂੰ ਉਤਸ਼ਾਹਤ ਕਰੋ, ਦੇਹਧਾਰੀ ਗੁਰੂ ਦੰਭ ਦਾ ਪ੍ਰਸਾਰ ਕਰੋ। ਵਿਦਿਅਕ ਨੀਤੀ ਦੇ ਵਿੱਚ ਸਿੱਖ ਫਲਸਫੇ ਤੇ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰੋ, ਤੇ ਖਾਲਸਾ ਰਾਜ ਦਾ ਸੰਕਲਪ ਹੈ ਜਿਹੜਾ ਉਹਨੂੰ ਹਿੰਦੂ ਹਿੰਦੁਸਤਾਨ ਦੇ ਵਿੱਚ ਤਬਦੀਲ ਕਰ ਦਿਓ, ਤੇ ਸਿੱਖ ਕੌਮ ਦੀ ਵੱਖਰੀ ਨਿਆਰੀ ਤੇ ਵਿਲੱਖਣ ਹੋਂਦ ਹਸਤੀ ਨੂੰ ਹਿੰਦੂ ਤਬ ਦੇ ਵਿੱਚ ਜਜ਼ਬ ਕਰ ਲਓ। ਉਹ ਜਿਹੜੀ ਨੀਤੀ ਸੀ ਉਹ ਹੁਣ ਉਹਦਾ ਸ਼ਿਕਾਰ ਹੋ ਕੇ ਸਿੱਖ ਜਿਹੜੇ ਨੇ ਉਹ ਵੱਖ-ਵੱਖ ਵਿਚਾਰਧਾਰਾ ਨੂੰ ਅਪਣਾ ਚੁੱਕੇ ਨੇ। ਇੱਕ ਵਿਚਾਰਧਾਰਾ ਵਾਲੇ ਕਿਹੜੇ ਆ? ਸਿਆਸਤਦਾਨ, ਜਿਨ੍ਹਾਂ ਦਾ ਮੁੱਖ ਮੰਤਵ ਹੈਗਾ ਵਾ ਸਤਾ ਦੇ ਉੱਤੇ ਕਬਜ਼ਾ ਕਰਨਾ ਤੇ ਸਤਾ ਹਥਿਆਉਣ ਵਾਸਤੇ ਗੈਰ ਸਿਧਾਂਤਕ ਸਮਝੌਤੇ ਕਰਨੇ, ਦੇਹਧਾਰੀ ਦੰਭ ਦੀਆਂ ਲਿਲਕੜੀਆਂ ਕੱਢਣੀਆਂ, RSS ਦੇ ਨਾਲ ਤੇ ਭਾਜਪਾ ਦੇ ਨਾਲ ਗੈਰ ਸਿਧਾਂਤਕ ਸਿੱਖਾਂ ਦਾ ਸਮਝੌਤਾ ਹੋਣਾ। ਇਹ ਸਾਰੀਆਂ ਇੱਕ ਸਤਾਧਾਰੀ ਆ। ਦੂਜੇ ਜਿਹੜੇ ਧਾਰਮਿਕ ਨੇਤਾ ਨੇ ਉਹ ਸਿਆਸਤਦਾਨਾਂ ਦੇ ਹੱਥ ਠੋਕਾ ਬਣ ਚੁੱਕੇ ਆ, ਤੇ ਉਹੋ ਹੀ ਧਾਰਮਿਕ ਪਦਵੀ ਦੇ ਉੱਤੇ ਸਿੱਖਾਂ ਦੇ ਪ੍ਰਮੁੱਖ ਜਿਹੜੀ ਧਾਰਮਿਕ ਪਦਵੀ ਆ ਉਹਦੇ ਉੱਤੇ ਚੁਣ ਕੇ ਬਿਠਾਇਆ ਜਾਂਦਾ ਜਿਹੜਾ ਉਹਨਾਂ ਦਾ ਹੱਥ ਠੋਕਾ ਹੋਵੇ, ਜਿਵੇਂ ਗਿਆਨੀ ਪੂਰਨ ਸਿੰਘ, ਗਿਆਨੀ ਗੁਰਬਚਨ ਸਿੰਘ, ਤੇ ਮੈਂ ਹਰਪ੍ਰੀਤ ਸਿੰਘ ਨੂੰ ਵੀ ਉਸੇ ਕੈਟਾਗਰੀ ਦੇ ਵਿੱਚ ਗਿਣਨਾ ਵਾ। ਖਾਲਸੇ ਦਾ ਸੰਕਲਪ ਕੀ ਆ? ਸਰਬੱਤ ਖਾਲਸਾ, ਤੇ ਸਰਬੱਤ ਖਾਲਸਾ ਦਾ ਵੀ ਇੱਕ ਵਿਧੀ ਵਿਧਾਨ ਆ। ਜੇ ਸਰਬੱਤ ਖਾਲਸਾ ਦੇ ਵਿੱਚ ਜੇ ਕੋਈ ਊਣਤਾਈ ਰਹਿ ਗਈ ਆ ਤੇ ਉਹ ਵਿਧੀ ਵਿਧਾਨ ਨੂੰ ਲਿਖਤੀ ਰੂਪ ਦੇ ਕੇ ਪੂਰੇ ਸਿੱਖ ਜਗਤ ਦਾ ਇੱਕ ਦਰਬਾਰੇ ਖਾਲਸਾ ਬਣਾ ਕੇ ਤੇ ਉਹਦੇ ਵਿੱਚੋਂ ਫਿਰ ਸਾਰੀਆਂ ਪੰਥ ਨੂੰ ਸਮਰਪਿਤ ਜਥੇਬੰਦੀਆਂ, ਇੱਕ ਤੇ ਆ ਕਿ ਪੰਥ ਨੂੰ ਸਮਰਪਿਤ ਤੇ ਇੱਕ ਹਿੰਦੁਸਤਾਨ ਨੂੰ ਸਮਰਪਿਤ, ਉਹਨਾਂ ਦਾ ਨਖੇੜਾ ਕਰਕੇ ਅੱਗੇ ਚੱਲਣਾ ਚਾਹੀਦਾ। ਹੁਣ ਉਹ ਵਿਚਾਰਧਾਰਾ ਕਿਹੜੀ ਕਿਹੜੀ ਆ ਗਈ ਸਿੱਖਾਂ ਦੇ ਵਿੱਚ? ਇੱਕ ਸਤਾਧਾਰੀ, ਦੂਜੇ ਜਿਹੜੇ ਆ ਧਾਰਮਿਕ ਆਗੂ ਨੇ ਜਿਹੜੇ, ਤੇ ਇੱਕ ਨਾਮ ਜਪਣ ਵਾਲੇ, ਤੇ ਇੱਕ ਜਿਹੜੇ ਡਰਪੋਕ ਨੇ, ਤੇ ਇੱਕ ਜਿਹੜੇ ਛੁਲਾਵੇ ਚ ਆ ਗਏ ਨੇ। ਇਹ ਸਾਰਿਆਂ ਦੀ ਵਿਚਾਰਧਾਰਾ ਵੱਖਰੀ ਵੱਖਰੀ ਹੋ ਗਈ। ਸਤਾਧਾਰੀ ਸਤਾ ਲਿਆਉਣੀ ਚਾਹੁੰਦੇ ਨੇ, ਜਿਹੜੇ ਧਾਰਮਿਕ ਪਦਵੀਆਂ ਨੇ ਉਹ ਵੇਖੋ ਗੁਰਮਤ ਦਾ ਜਿਹੜਾ ਪ੍ਰਚਾਰ ਦਾ ਢੰਗ ਤਰੀਕਾ ਵਾ ਉਹ ਆਮਦਨ ਦਾ ਜਾਂ ਕਿੱਤੇ ਆਮਦਨ ਦਾ ਸਾਧਨ ਨਹੀਂ ਤੇ ਕਿੱਤੇ ਵਜੋਂ ਅਪਣਾਇਆ ਨਹੀਂ ਜਾ ਸਕਦਾ। ਉਹ ਅਪਣਾ ਲਿਆ ਗਿਆ ਅੱਜ ਉਸੇ ਤਰੀਕੇ ਨਾਲ। ਇਸ ਕਰਕੇ ਉਹ ਵਿਚਾਰਧਾਰਾ ਦੋ ਤਰ੍ਹਾਂ ਦੇ ਲੋਕ ਛਾ ਗਏ ਨੇ। ਹੁਣ ਤੀਜਿਆਂ ਨੇ ਸਰੀ ਕੱਢ ਲਈ ਆ, ਜਿਹੜਾ ਢੱਡੀਆਂ ਵਾਲੇ ਨੂੰ ਮੈਂ ਤੀਜੀ ਸਰੀ ਕਹਿਣਾ। ਇੱਕ ਹੈਗਾ ਨਾਮ ਬਾਣੀ ਤੋਂ ਕੋਰੇ ਵਿਦਵਾਨ,
ਤੇ ਇੱਕ ਹੈਗੇ ਆ ਵਿਦਵਤਾ ਤੋਂ ਸਖਣੇ ਸ਼ਰਧਾਵਾਨ। ਵਿਦਵਤਾ ਵਿਹੂਣੀ ਸ਼ਰਧਾ ਅੰਧ ਵਿਸ਼ਵਾਸ ਆ, ਤੇ ਸ਼ਰਧਾ ਵਿਹੂਣਾ ਗਿਆਨ ਆ ਜਿਹੜਾ ਉਹ ਨਾਸਤਿਕ ਸੋਚ ਆ। ਤੇ ਇਹ ਜਿਹੜੇ ਢੱਡਰੀਆਂ ਵਾਲੇ ਆ, ਇਹ ਤੇ ਬਿਲਕੁਲ ਹੀ ਸਰਕਾਰ ਦੀ ਨੀਤੀ ਨੂੰ ਲਾਗੂ ਕਰਨ ਵਾਸਤੇ ਉਹਨਾਂ ਦੇ ਪ੍ਰਚਾਰਕ ਮੋਹਰਾ ਬਣ ਚੁੱਕੇ ਨੇ। ਇਸ ਕਰਕੇ ਸਿੱਖਾਂ ਨੂੰ ਸੋਚ ਸਮਝ ਕੇ ਗੁਰਮਤ ਅਨੁਸਾਰੀ ਆਪਣੀ ਸੋਚ ਅਪਣਾਉਣੀ ਚਾਹੀਦੀ ਆ। ਸਿੱਖ ਦੀ ਆਪਣੀ ਕੋਈ ਸੋਚ ਨਹੀਂ, ਖਾਲਸੇ ਦੀ ਆਪਣੀ ਕੋਈ ਸੋਚ ਨਹੀਂ। ਖਾਲਸੇ ਦੀ ਸੋਚ ਕੀ ਆ? ਗੁਰੂ ਗ੍ਰੰਥ ਤੇ ਗੁਰਿਆਈ ਕਿਹਨੂੰ ਬਖਸ਼ੀ ਆ? ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ। ਗੁਰੂ ਗ੍ਰੰਥ ਦੀ ਤਾਬਿਆ ਰਹਿਣਾ ਪੰਥ ਨੇ, ਪਹਿਰੇਦਾਰੀ ਕਰਨੀ ਪੰਥ ਨੇ। ਅਸੀਂ ਤਾਬਿਆ ਵਿੱਚੋਂ ਵੀ ਲਾਂਭੇ ਚੱਲ ਗਏ ਤੇ ਪਹਿਰੇਦਾਰੀ ਵੀ ਛੱਡ ਦਿੱਤੀ। ਤੇ ਇਹੋ ਹੀ ਇੱਕ ਕਾਰਨ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਉਹਨਾਂ ਨੂੰ ਮੌਕਾ ਮਿਲਦਾ। ਜੇ ਇੱਕ ਵਰਛੇ ਵਾਲਾ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਪਹਿਰੇਦਾਰੀ ਕਰਦਾ ਹੋਵੇ ਤੇ 5 ਸਿੰਘ ਹਰ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਰਹਿੰਦੇ ਹੋਣ ਤੇ ਕਿਸੇ ਦੀ ਜ਼ਰੂਰਤ ਨਹੀਂ ਕੋਈ ਬੇਅਦਬੀ ਕਰਦੇ। ਇਸ ਕਰਕੇ ਖਾਲਸਾ ਪੰਥ ਦੀ ਵਰਤਮਾਨ ਵਿਚਾਰਧਾਰਾ ਦਾ ਜਿਹੜਾ ਵਖਰੇਵਾਂ ਵਾ, ਉਹ ਇੱਕ ਹਿੰਦ ਸਟੇਟ ਦੀ ਸਿੱਖ ਕੌਮ ਦੇ ਨਾਲ ਵੈਰ ਭਾਵਨਾ ਵਿੱਚੋਂ ਤਿਆਰ ਕੀਤੀ ਨੀਤੀ ਦੇ ਛਲਾਵੇ ਵਿੱਚ ਸਿੱਖਾਂ ਦੇ ਆਉਣ ਕਾਰਨ ਇਹ ਸਥਿਤੀ ਬਣੀ ਆ। ਉਹ ਛਲਾਵੇ ਵਿੱਚੋਂ ਨਿਕਲ ਕੇ ਸਿੱਖਾਂ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਜੋੜਨਾ ਚਾਹੀਦਾ ਤੇ ਵਖਰੇਵੇਂ ਛੱਡ ਕੇ, ਸ਼ਖਸੀਅਤ ਟਕਰਾਅ ਛੱਡ ਕੇ, ਈਰਖਾਬਾਜ਼ੀ ਛੱਡ ਕੇ ਇੱਕ ਸੁਰਤਾ ਵਿੱਚ ਆਉਣਾ ਚਾਹੀਦਾ। ਤੇ ਇੱਕ ਸੁਰਤਾ ਕਿੱਥੇ ਆ? ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਵਿੱਚ। ਤੇ ਗੁਰੂ ਗ੍ਰੰਥ ਆਤਮਾ ਵਾ ਤੇ ਪੰਥ ਸਰੀਰ ਆ। ਇਸ ਕਰਕੇ ਆਤਮਾ ਦਾ ਤੇ ਸਰੀਰ ਦਾ ਜਿਹੜਾ ਸੰਬੰਧ ਆ, ਮੀਰੀ ਪੀਰੀ ਦੀ ਸਮੇਲਤਾ ਵਾਲਾ ਜਿਹੜਾ ਸਿਧਾਂਤ ਆ, ਉਹਨੂੰ ਲਾਗੂ ਕਰਕੇ ਖਾਲਸਾ ਪੰਥ ਨੂੰ ਆਪਣਾ ਭੂਤ ਵੇਖ ਕੇ ਉਹਦੇ ਵਿੱਚ ਹੋਈਆਂ ਅਣਗਹਿਲੀਆਂ ਰਹੀਆਂ, ਕੀਤੀਆਂ ਗਈਆਂ ਗਲਤੀਆਂ ਰਹੀਆਂ, ਕਮਜ਼ੋਰੀਆਂ, ਉਹਨਾਂ ਨੂੰ ਦੂਰ ਕਰਨਾ ਤੇ ਵਰਤਮਾਨ ਨੂੰ ਸੰਭਾਲਣਾ ਤੇ ਭਵਿੱਖ ਨੂੰ ਸਵਾਰਨਾ, ਇਹ ਨਿਸ਼ਾਨਾ ਹੋਣਾ ਚਾਹੀਦਾ। ਬਹੁਤ ਵਧੀਆ ਜੀ, ਇਹ ਸਾਰੀ ਗੱਲ ਜਿਹੜੀ ਤੁਸੀਂ ਵਿਸਤਾਰ ਚ ਦੱਸੀ ਆ ਤੇ ਤੁਹਾਡੀ ਜਿਹੜੀ ਸੋਚ ਆ ਉਹ ਨੌਜਵਾਨਾਂ ਨੂੰ ਕੁਝ ਸੇਧ ਦਊਗੀ। ਅਸੀਂ ਨਗਾਰਾ ਟੀਵੀ ਤੋਂ ਆਸ ਕਰਦੇ ਹਾਂ ਕਿ ਜਿਹੜੇ ਵੀ ਸਾਡੇ ਵੇਖਣ ਵਾਲੇ ਨੇ, ਅੱਜ ਦੀ ਜਿਹੜੀ ਡਿਸਕਸ਼ਨ ਆ ਉਤੋਂ ਕੁਝ ਲਾਹਵੰਦ ਲੈਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਥ ਨੂੰ ਲੋੜ ਆ ਇਹੋ ਜਿਹੇ ਸੂਝਵਾਨ ਜਿਹੜੇ ਸੁਚੇਤ ਲੋਕ ਨੇ, ਜਿਨ੍ਹਾਂ ਨੇ ਸਾਰਾ ਕੁਝ ਆਪਣੇ ਪਿੰਡੇ ਤੇ ਹੰਢਾਇਆ ਵਾ। ਇਹਨਾਂ ਲੋਕਾਂ ਨੂੰ ਪੰਥ ਦੇ ਵਿੱਚ ਵੀ ਜਿਹੜਾ ਸੁਣਿਆ ਜਾਵੇ ਔਰ ਇਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਇਹਨਾਂ ਨੂੰ, ਤਾਂ ਕਿ ਜਿਹੜਾ ਹੱਕ ਕੀ ਕਹਿ ਰਿਹਾ ਕਿ ਜਿੱਥੇ ਇਹਨਾਂ ਦੀ ਰਿਪਰੈਜ਼ੈਂਟੇਸ਼ਨ ਆ, ਜਿੱਥੇ ਵੀ ਕਿਤੇ ਪੰਥ ਨੂੰ ਕੋਈ ਇਹੋ ਜਿਹਾ ਫੋਰਮ ਬਣਾਇਆ ਜਾਵੇ ਜਿੱਥੇ ਇਹੋ ਜਿਹੇ ਲੋਕਾਂ ਨੂੰ ਬੁਲਾ ਕੇ ਉਹਨਾਂ ਤੋਂ ਸੇਧ ਲਈ ਜਾਵੇ। ਤੇ ਜਿਹੜਾ ਅੱਜ ਹਰ ਬੰਦਾ ਆਪਣਾ ਹੀ ਪੰਥ ਚਲਾਉਣ ਡਿਆ ਵਾ, ਕੋਈ ਢੰਡਰੀਆਂ ਵਾਲੇ ਦੇ ਸਮਰਥਕ ਬਣੀ ਜਾਂਦੇ। ਅਸੀਂ ਬਾਹਰ ਵੀ ਇੱਥੇ ਦੇਖਦੇ ਹਾਂ, ਕੈਨੇਡਾ ਦੇ ਵਿੱਚ ਵੀ ਜਾਂ ਨਾਰਥ ਅਮਰੀਕਾ ਦੇ ਵਿੱਚ ਜਾਂ ਨਿਊਜ਼ੀਲੈਂਡ ਦੇ ਵਿੱਚ ਵੀ 1-2 ਪ੍ਰਚਾਰਕ ਹੈਗੇ ਨੇ ਜਿਹੜੇ ਬੜੇ ਐਂਟੀ ਟਕਸਾਲ ਚੱਲਦੇ ਨੇ, ਜਾਂ ਕੋਈ ਪ੍ਰੋ ਟਕਸਾਲ ਹੋ ਗਏ ਨੇ, ਜਾਂ ਕੋਈ ਪ੍ਰੋ ਢੰਡਰੀਆਂ ਵਾਲੇ ਨੇ, ਕੋਈ ਐਂਟੀ ਢੰਡਰੀਆਂ ਵਾਲਾ ਵਾ। ਹਰ ਬੰਦਾ ਆਪਣਾ ਪੰਥ ਚਲਾਉਣ ਡਿਆ ਇੱਕ ਤਰ੍ਹਾਂ। ਸੋ ਇਹੋ ਜਿਹੇ ਲੋਕਾਂ ਤੋਂ ਸੇਧ ਲੈਣ ਦੀ ਲੋੜ ਆ ਔਰ ਅਸੀਂ ਹੋਰ ਵੀ ਤੁਹਾਡੇ ਨਾਲ ਫਿਊਚਰ ਦੇ ਵਿੱਚ ਵੀ ਟਾਈਮ ਟੂ ਟਾਈਮ ਅਸੀਂ ਇਹਨਾਂ ਨਾਲ ਹਰ ਪੰਥਕ ਮੁੱਦੇ ਦੇ ਉੱਤੇ ਇਹਨਾਂ ਦੀ ਜਿਹੜੀ ਸਲਾਹ ਲੈਂਦੇ ਰਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਹੋਰ ਲੰਮਾ ਸਮਾਂ ਕੱਢ ਕੇ ਕੋਈ ਸਪੈਸ਼ਲ ਪ੍ਰੋਗਰਾਮ ਕੀਤੇ ਜਾਣ ਤੁਹਾਡੇ ਨਾਲ। ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਪਰ ਅਸੀਂ ਤਾਂ ਬੜੇ ਨਾਦਾਨ ਆ, ਬੜੇ ਨਾ ਸ਼ੁਕਰੇ ਆ। ਜਦੋਂ ਦੁੱਖ ਆਂਦਾ ਤਾਂ ਅੜ ਜੇ ਜਾਂਦੇ ਆ, ਸੁੱਖ ਆਂਦਾ ਤਾਂ